पद पंकज बंदना, पद पंकज बंदना। सिमरो अंगद दुख निकंदना, दुख निकंदना। अमरदास गुर हृदय त्यामो, हृदय त्यामो। श्री गुरु रामदास गुण गावो, श्री गुरु रामदास गुण गावो। गुरु अर्जन विघ्नन के नाशक, विघ्नन के नाशक। गुरु हर गोबिंद शुभ मत प्रकाशक, शुभ मत प्रकाशक। गुरु हर राय नमो कर जोरी, नमो कर जोरी। गुरु हर कृष्ण मनाए बहोरी, मनाए बहोरी। तेग बहादुर परम कृपाला जी, परम कृपाला। गुरु गोबिंद सिंह विसाला, गुरु गोबिंद सिंह विसाला। करो तारापुर पुन पुन सीसा जी, पुन पुन सीसा। बंदों बार बार जगदीशा, बंदों बार बार जगदीशा। साहिब श्री गुरु तेग बहादुर महाराज जी दे पावन शीश दी शोभ प्राप्त अस्थान गुरुद्वारा शीशगंज साहिब, जिस महान धरती ते आप जी बैठ के साहिब श्री गुरु नानक साहिब महाराज जी के जीवन की पावन कथा श्रवण कर रहे हो। महाराज जी साडे ते ये कृपा करन, सानू एवें ही सतसंगत की दात बख्शण, क्योंकि सतसंगत दे विच आउंदियां आउंदियां मनुख दा जिहड़ा मन है वो धुपदा जांदा है। ज्यों-ज्यों ये धुपदा रहिंदा है ये निर्मल हो जांदा है, इहदी जिहड़ी मैल है वो गवाच जांदी है। आपां साहिब श्री गुरु नानक देव महाराज जी के पावन जीवन की कथा श्रवण कर रहे हैं। अज महाराज जी की कथा का अज ये नवा प्रसंग आरंभ होने लगे है। एक बच्चे का प्रसंग है। आओ बड़े प्यार अते सत्कार दे नाल एक बारी गुरु मंत्र दे विच बोल के फिर कथा आरंभ करिए जी। सतनाम श्री वाहिगुरु साहिब जी। दोहरा श्री गुरपद अरविंद को ध्यान चढ़ावो भंग। गुरु साहब जी भाई संतोख सिंह जी कहते ने गुरु के जेड़े चरण कमल हैं, गुरु जी के चरणा कमलों अपने ध्यान में रख के, चरणा कमलों के ध्यान की भंग चढ़ा के, जिमें भंग होंदी है वो चढ़ जाए मनुख के ध्यान निरंतर कहते उहदे नाल जुड़दा है, ये मन्निया जाता है। पर गुरु जी ने ऐसे प्रकार के नशियां तो वरजे है। इत्थे भंग का मतलब कई विद्वान रंग भी कहते हैं। गुरु के चरणा कमलों का रंग है जिहड़ा वो अपने ध्यान दे विच रखना चाहिए है। गजहो सियानप सर्प को रूप एक प्रभ रंग। ये सारियां सियाणपां छड्ड के
ਆਪਣੇ ਮਨ ਦੀਆਂ ਸਾਰੀਆਂ ਬਿਰਤੀਆਂ ਜਿੰਨੇ ਵਿਚਾਰ ਮਨ ਦੇ ਵਿੱਚ ਆਉਂਦੇ ਨੇ ਸਾਰਿਆਂ ਨੂੰ ਛੱਡ ਕੇ ਇੱਕ ਪਰਮਾਤਮਾ ਦੇ ਪ੍ਰਭੂ ਦੇ ਰੰਗ ਵਿੱਚ ਰੰਗਣਾ ਚਾਹੀਦਾ ਹੈ ਅਤੇ ਗੁਰੂ ਦੀ ਜਿੰਨੀ ਵੀ ਵਿਚਾਰ ਹੈ ਉਹ ਮੰਨਣੀ ਚਾਹੀਦੀ ਹੈ। ਚੌਪਈ ਸ਼੍ਰੀ ਅੰਗਦ ਜੀ ਸੁਨੋ ਕਹਾਣੀ, ਰਹੇ ਗ੍ਰਾਮ ਨਿਜ ਸ਼੍ਰੀ ਗੁਣ ਖਾਨੀ। ਗੁਣਾ ਦੇ ਖਾਨ ਬੇਅੰਤ ਗੁਣਾ ਦੇ ਮਾਲਕ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਨਿਜ ਗ੍ਰਾਮ ਆਪ ਕਰਤਾਰਪੁਰ ਸਾਹਿਬ ਵਿਖੇ ਥੋੜੇ ਚਿਰ ਤੋਂ ਰਹਿ ਰਹੇ ਹਨ। ਬੀਤਤ ਭਇਓ ਕੇਤਕ ਤਹ ਕਾਲਾ, ਮਹਿਮਾ ਜਹ ਤਹ ਬੜੀ ਵਿਸ਼ਾਲਾ। ਮਹਾਰਾਜ ਉੱਥੇ ਬੜੇ ਸਮੇਂ ਤੋਂ ਰਹਿ ਰਹੇ ਸਨ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਹੈ ਜਿਹੜੀ ਜਿੱਥੇ ਕਿੱਥੇ ਵੇਖਦੇ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਵੱਧਦੀ ਜਾ ਰਹੀ ਹੈ। ਦਰਸ਼ਨ ਕਰਨ ਹੇਤ ਨਰ ਆਵਹੇ, ਧਰੈ ਕਾਮਨਾ ਫਲ ਕੋ ਪਾਵਹੇ। ਦਰਸ਼ਨ ਕਰਨ ਵਾਸਤੇ ਕਈ ਮਨੁੱਖ ਆਉਂਦੇ ਹਨ ਅਤੇ ਉਹ ਆਪਣੇ ਮਨ ਦੇ ਵਿੱਚ ਕਾਮਨਾਵਾਂ ਇੱਛਾ ਲੈ ਕੇ ਆਉਂਦੇ ਨੇ। ਜੋ ਜੋ ਵੀ ਇੱਛਾ ਲੈ ਕੇ ਆਉਂਦੇ ਹਨ ਪ੍ਰੇਮ ਸਹਿਤ ਆਉਂਦੇ ਹਨ, ਗੁਰੂ ਜੀ ਉਹਨਾਂ ਦੀਆਂ ਇੱਛਾਵਾਂ ਸੰਪੂਰਨ ਕਰਦੇ ਹਨ। ਮਨਹੁ ਪ੍ਰਕਾਸ਼ੀ ਕਿਰਤ ਜੁਨਾਹਾ, ਪਸਰੀ ਭਲੀ ਚੌਂਦ ਹੂੰ ਭੂ ਭੋਨਾ। ਮਹਾਰਾਜ ਜੀ ਕਹਿੰਦੇ ਨੇ, ਕਹਿੰਦੇ ਐਵੇਂ ਮੰਨੋ ਜਿਹੜੀ ਗੁਰੂ ਸਾਹਿਬ ਜੀ ਦੀ ਕੀਰਤ ਹੈ ਇਹ ਚਾਂਦਨੀ ਜਿਵੇਂ ਹੈ, ਜਿਵੇਂ ਚਾਂਦਨੀ ਸਾਰੀ ਥਾਂ ਤੇ ਪਸਰ ਜਾਂਦੀ ਹੈ। ਗੁਰੂ ਨਾਨਕ ਸਾਹਿਬ ਜੀ ਦੀ ਕੀਰਤੀ 14 ਭਵਨਾਂ ਦੇ ਅੰਦਰ ਵਰਤ ਰਹੀ ਹੈ। ਸਤ ਚਕੋਰ ਹਿਰਦੈ ਹਰਿ ਖਾਏ, ਤੰਬ ਦੁਹਾਗਣ ਕੋ ਦੁਖ ਦਾਏ। ਗੁਰੂ ਜੀ ਦੀ ਜਿਹੜੀ ਮਹਿਮਾ ਹੈ, ਜਿਹੜੇ ਤੇ ਸੰਤ ਨੇ ਸ਼ੁਭ ਗੁਣਾਂ ਦੇ ਮਾਲਕ ਹਨ ਉਹ ਤੇ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਸੁਣ ਸੁਣ ਕੇ ਬੜੇ ਖੁਸ਼ੀ ਦੇ ਨਾਲ ਆਪਣੇ ਹਿਰਦਿਆਂ ਦੇ ਵਿੱਚ ਭਰੇ ਜਾਂਦੇ ਨੇ। ਪਰ ਮਹਾਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਇਤਿਹਾਸ ਦੱਸਦਾ ਹੈ ਜਿਨ੍ਹਾਂ ਨੂੰ ਗੁਰੂ ਦੀ ਮਹਿਮਾ ਚੰਗੀ ਨਹੀਂ ਲੱਗਦੀ ਉਹ ਆਪਣੇ ਮਨਾਂ ਦੇ ਵਿੱਚ ਝੂਰਦੇ ਰਹਿੰਦੇ ਹਨ। ਨਿੰਦਕ ਚਕਵੇ ਪੀਰਾ ਪਾਈ, ਉਡਗਨ ਸੀਖਨ ਸਹਿਤ ਸੁਹਾਈ। ਜਿਹੜੇ ਨਿੰਦਕ ਨੇ ਉਹ ਚਕਵੇ ਦੇ ਬਰਾਬਰ ਨੇ। ਜਿਵੇਂ ਚਕਵੇ ਨੂੰ ਚਾਂਦਨੀ ਚੰਗੀ ਨਹੀਂ ਲੱਗਦੀ, ਨਿੰਦਕਾਂ ਨੂੰ ਗੁਰੂ ਨਾਨਕ ਦੀ ਮਹਿਮਾ ਚੰਗੀ ਨਹੀਂ ਲੱਗਦੀ। ਪਰ ਜਿਹੜੇ ਸਿੱਖ ਨੇ ਉਹ ਤਾਰਿਆਂ ਦੇ ਸਮਾਨ ਨੇ। ਜਿਵੇਂ ਤਾਰੇ ਨੇ, ਕਿਉਂਕਿ ਤਾਰਿਆਂ ਦਾ ਆਪਣਾ ਪ੍ਰਕਾਸ਼ ਨਹੀਂ, ਸੂਰਜ ਦੇ ਪ੍ਰਕਾਸ਼ ਨਾਲ ਹੀ ਚਮਕਦੇ ਨੇ। ਤੇ ਜਿਹੜੇ ਸਿੱਖ ਉਹ ਤਾਰਿਆਂ ਦੇ ਸਮਾਨ ਨੇ। ਉਹਨਾਂ ਅੱਗੇ ਜਿਉਂ-ਜਿਉਂ ਕੋਈ ਗੁਰੂ ਦੀ ਗੱਲ ਕਰੀ ਜਾਂਦਾ ਹੈ ਉਹਨਾਂ ਦੇ ਮਨਾਂ ਦੇ ਅੰਦਰ ਪ੍ਰੇਮ ਵੱਧਦਾ ਹੀ ਜਾਂਦਾ ਹੈ। ਹਿੰਦੂ ਤੁਰਕ ਅਧਿਕ ਚੱਲ ਆਵਹੇ, ਸ੍ਰੀ ਨਾਨਕ ਕੇ ਚਰਨ ਮਨਾਵਹੇ। ਬੜੇ ਹਿੰਦੂ ਮੁਸਲਮਾਨ ਸਾਰੇ ਵਰਨਾਂ ਦੇ ਲੋਕ, ਸਾਰੇ ਵਰਨਾਂ ਦੇ ਲੋਕ ਤੁਰੇ ਆਉਂਦੇ ਨੇ, ਗੁਰੂ ਸਾਹਿਬ ਜੀ ਦੇ ਚਰਨਾਂ ਨੂੰ ਮਨਾਉਂਦੇ ਨੇ। ਕਿਉਂਕਿ ਉਹ ਸਮਝਦੇ ਨੇ ਗੁਰੂ ਸਾਹਿਬ ਉਹ ਸ਼ਖਸੀਅਤ ਨੇ ਜਿਹੜੇ ਮਨਾਂ ਦੇ ਅੰਦਰ ਮਹਾਰਾਜ ਦੇ ਮੈਲ ਨਹੀਂ। ਮਹਾਰਾਜ ਉਹ ਸ਼ਖਸੀਅਤ ਨੇ ਜਿਹੜੇ ਕਿਸੇ ਦੇ ਪ੍ਰਤੀ ਰਾਗ ਦਵੈਸ਼ ਨਹੀਂ ਰੱਖਦੇ। ਏਕ ਮੁਰੀਦ ਸਿੱਖ ਏਕ ਹੋਵਹਿ, ਦਰਸ਼ਨ ਪਰਸਤ ਕਲਮਲ ਖੋਵਹਿ। ਜਿੰਨੇ ਮੁਰੀਦ ਸਿੱਖ ਆਉਂਦੇ ਨੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦੇ ਨੇ, ਜਿਉਂ-ਜਿਉਂ ਦਰਸ਼ ਬਾਬਾ ਨਾਨਕ ਜੀ ਦੇ ਕਰੀ ਜਾਂਦੇ ਨੇ, ਮਹਾਰਾਜ ਜੀ ਦੀ ਕੀਰਤੀ ਗਾਈ ਜਾਂਦੇ ਨੇ, ਉਹਨਾਂ ਦੇ ਅੰਦਰੋਂ ਜਿਹੜੀ ਪਾਪਾਂ ਦੀ ਮੈਲ ਹੈ ਉਹ ਸਮਾਪਤ ਹੁੰਦੀ ਜਾਂਦੀ ਹੈ। ਗ੍ਰਾਮ ਨਗਰ ਰਹੇ ਨਰ ਜੇਤੇ, ਸ਼੍ਰੀ ਗੁਰ ਕੀਰਤ ਕਰੀ ਤੇਤੇ। ਜਿੰਨੇ ਵੀ ਪਿੰਡਾਂ ਦੇ ਵਿੱਚ ਲੋਕ ਰਹਿੰਦੇ ਨੇ ਉਸ ਪਿੰਡ ਦੇ ਵਿੱਚ ਵੀ ਰਹਿੰਦੇ ਨੇ ਉਹ ਗੁਰੂ ਨਾਨਕ ਸਾਹਿਬ ਦੀ ਕੀਰਤ ਕਰੀ ਜਾਂਦੇ ਨੇ, ਗੁਰੂ ਨਾਨਕ ਦੀ ਮਹਿਮਾ ਗਾਈ ਜਾਂਦੇ ਹਨ। ਮਹਾਰਾਜ ਕਹਿੰਦੇ ਜਿੱਥੇ ਜਿੱਥੇ ਵੀ ਲੋਕ ਨੇ ਉਹ ਗੁਰੂ ਨਾਨਕ ਸਾਹਿਬ ਜੀ ਦੀ ਜੈ ਜੈਕਾਰ ਕਰੀ ਜਾਂਦੇ ਹਨ। ਬ੍ਰਹਮਚਾਰੀ ਬੈਰਾਗੀ ਜੋਗੀ ਸੰਨਿਆਸੀ ਹਵੈ ਕੋ। ਕੋਈ ਬ੍ਰਹਮਚਾਰੀ ਹੈ, ਕੋਈ ਬੈਰਾਗੀ ਹੈ, ਕੋਈ ਸੰਨਿਆਸੀ ਹੈ, ਸਾਰੇ ਦੇ ਸਾਰੇ ਹੀ ਦਰਬਾਰ ਵਿੱਚ ਆਉਂਦੇ ਨੇ।
ਸਾਰੇ ਦੇ ਸਾਰੇ ਹੀ ਬੜੇ ਪਿਆਰ ਨਾਲ ਗੁਰੂ ਸਾਹਿਬ ਜੀ ਨੂੰ ਸੀਸ ਨਿਵਾਉਂਦੇ ਹਨ। नीच के ऊंच राय कै रंका सूजस उचारे सब अकलंका। ਅਕਲੰਕਾ ਜਿਨ੍ਹਾਂ ਦੇ ਕੋਈ ਕਲੰਕ ਨਹੀਂ। ਗੁਰੂ ਨਾਨਕ ਦੇਵ ਜੀ ਮਹਾਰਾਜ ਭਾਵੇਂ ਕੋਈ ਨੀਵੀਂ ਜਾਤ ਦਾ ਹੈ, ਭਾਵੇਂ ਵੱਡੀ ਜਾਤ ਦਾ ਹੈ, ਭਾਵੇਂ ਕੋਈ ਗਰੀਬ ਹੈ, ਭਾਵੇਂ ਜਿਹਦੇ ਕੋਲ ਬਹੁਤ ਪੈਸਾ ਹੈ, ਸਾਰੇ ਦੇ ਸਾਰੇ ਹੀ ਆਉਂਦੇ ਨੇ, ਸਾਰੇ ਦੇ ਸਾਰੇ ਮਹਾਰਾਜ ਦੀ ਕੀਰਤ ਕਰੀ ਜਾਂਦੇ ਹਨ। पंडित अपर अपंडित जह तह श्री गुर कीरत करही मह मह। ਜਿੰਨੇ ਪੰਡਤ ਨੇ, ਭਾਵੇਂ ਵਿਦਵਾਨ ਨੇ, ਭਾਵੇਂ ਵਿਦਵਾਨ ਨਹੀਂ ਵੀ ਨੇ, ਸਾਰੇ ਦੇ ਸਾਰੇ ਗੁਰੂ ਦੀ ਕੀਰਤ ਕਰੀ ਜਾਂਦੇ ਹਨ। और करतार विखे नर नारी रह सदीव भीर भर भारी। ਕਹਿੰਦੇ ਕਰਤਾਰਪੁਰ ਨਗਰ ਇਵੇਂ ਲੱਗਦਾ ਸੀ ਜਿਵੇਂ ਅਸੀਂ ਵੇਖਦੇ ਪੰਚਮੀ ਵਾਲੇ ਦਿਨ ਕਿੰਨੀ ਗੁਰੂ ਤੇਗ ਬਹਾਦਰ ਸਾਹਿਬ ਦੇ ਨੇੜੇ ਤੇੜੇ ਭੀੜ ਹੁੰਦੀ ਹੈ। ਕਿੰਨੇ ਸਿੱਖ ਨੇ ਜਿਹੜੇ ਇੱਥੇ ਦਰਸ਼ਨ ਕਰਦੇ ਨੇ। ਸਵੇਰੇ ਸ਼ਾਮ ਇੱਥੇ ਵੇਖਦੇ ਕਿੰਨੀ ਸੰਗਤ ਹੁੰਦੀ ਹੈ। ਸਾਰੀ ਸੰਗਤ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੁੰਦੀ ਹੈ। ਐਵੇਂ ਹੀ ਕਰਤਾਰਪੁਰ ਦੇ ਵਿੱਚ ਮਹਾਰਾਜ ਵਿੱਚ ਬੈਠੇ ਸੀ। ਜਿੰਨੀ ਵੀ ਸੰਗਤ ਹੈ, ਬੜੀ ਸੰਗਤ ਮਹਾਰਾਜ ਦੇ ਨੇੜੇ ਤੇੜੇ ਆਉਂਦੀ ਹੈ। सावा जाम निस रहे सदाई होत कीर्तन सब सुखदाई। ਜਦੋਂ ਸਵਾ ਪਹਿਰ ਰਾਤ ਰਹਿ ਜਾਂਦੀ ਸੀ ਉਦੋਂ ਫਿਰ ਉੱਥੇ ਕੀਰਤਨ ਹੁੰਦਾ ਸੀ, ਜਿਵੇਂ ਅੱਜ ਹੁੰਦਾ ਹੈ। ਐਵੇਂ ਮਹਾਰਾਜ ਜੀ ਦੇ ਦਰਬਾਰ ਵਿੱਚ ਕੀਰਤਨ ਹੋਇਆ ਕਰਦਾ ਸੀ। पहर निशा सो संगत मेला शब्द विचारन होत सुहेला। ਕਹਿੰਦੇ ਪਹਿਰ ਰਾਤ ਰਹਿੰਦਿਆਂ ਰਹਿੰਦਿਆਂ ਸੰਗਤ ਜੁੜ ਜਾਂਦੀ ਸੀ, ਬੜੀ ਸੰਗਤ ਇਕੱਠੀ ਹੁੰਦੀ ਸੀ। ਫਿਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸ਼ਬਦ ਦੀ ਵਿਚਾਰ ਕਰਦੇ ਸੀ। ਫਿਰ ਮਹਾਰਾਜ ਆਪ ਕਿਸੇ ਸ਼ਬਦ ਨੂੰ ਵਿਚਾਰਦੇ, ਕਥਾ ਕਰਦੇ। ਸੰਗਤ ਬੈਠੀ ਹੁੰਦੀ ਸੀ ਗੁਰੂ ਦੇ ਸ਼ਬਦ ਸੁਣਨ ਵਾਸਤੇ। ਫਿਰ ਉਹਦੀ ਕਥਾ ਮੇਰੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲੋਂ ਸਾਰੀ ਸੰਗਤ ਸੁਣਿਆ ਕਰਦੀ ਸੀ। एक बाल को कीर्तन काला सुनत रहे कर प्रेम विशाला। ਸੰਗਤ ਵਿੱਚ ਨਾ ਇੱਕ ਬਾਲ ਆਇਆ ਕਰਦਾ ਸੀ, ਛੋਟਾ ਬਾਲ। ਉਹ ਬੱਚੇ ਨੇ ਵੀ ਰੋਜ਼ ਸੰਗਤ 'ਚ ਆਉਣਾ, ਬੜੇ ਧਿਆਨ ਦੇ ਨਾਲ ਕੀਰਤਨ ਸੁਣਨਾ, ਬੜੇ ਪ੍ਰੇਮ ਦੇ ਨਾਲ ਸੰਗਤ ਵਿੱਚ ਬੈਠਿਆ ਕਰਦਾ ਸੀ। प्रभ पीछे ठांडे हवै सोए भोग कीर्तन को जब होए। ਕਹਿੰਦੇ ਜਦੋਂ ਵੀ ਕੀਰਤਨ ਦਾ ਭੋਗ ਪੈਂਦਾ ਸੀ, ਉਹ ਗੁਰੂ ਜੀ ਦੇ ਪਿੱਛੇ ਜਾ ਕੇ ਹੱਥ ਜੋੜ ਕੇ ਖਲੋ ਜਾਇਆ ਕਰਦਾ ਸੀ। बंधन करके सतन ध्यावै इस विद नित्ता प्रत सो आवै। ਫਿਰ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਸੀਸ ਟੇਕ ਕੇ ਉਹ ਬੱਚਾ ਮਹਾਰਾਜ ਦੇ ਪਿੱਛੇ ਖੜਾ ਹੋਣਾ, ਫਿਰ ਮੱਥਾ ਟੇਕਣਾ, ਮੱਥਾ ਟੇਕ ਕੇ ਫਿਰ ਆਪਣੇ ਘਰ ਜਾਇਆ ਕਰਦਾ ਸੀ। एक दिन श्री गुर बैन बखाने बारिक को घर देहो ना जाने। ਇੱਕ ਦਿਨ ਗੁਰੂ ਜੀ ਨੇ ਨਾ ਸਾਰਿਆਂ ਨੂੰ ਇਕੱਠੇ ਕਰਕੇ ਗਿਆ, ਭਾਈ ਜਿੰਨੇ ਸੇਵਾਦਾਰ ਸੀ, ਵੀ ਆਹ ਬੱਚਾ ਜਿਹੜਾ ਅੱਜ ਆਏਗਾ ਨਾ, ਇਹ ਬੱਚੇ ਨੂੰ ਤੁਸੀਂ ਘਰ ਨਹੀਂ ਜਾਣ ਦੇਣਾ, ਇਹਨੂੰ ਤੁਸੀਂ ਲੈ ਕੇ ਮੇਰੇ ਕੋਲ ਆਉਣਾ ਹੈ। सीकन गह कै तेह तत्काला हांडो कीन हदूर कृपाला। ਸਿੱਖ ਜਿਹੜੇ ਸੇਵਾਦਾਰ ਸੀ ਉਹਨਾਂ ਨੇ ਬੱਚੇ ਨੂੰ ਫੜਿਆ, ਫੜ ਕੇ ਲਿਆ ਕੇ ਗੁਰੂ ਨਾਨਕ ਸਾਹਿਬ ਜੀ ਦੇ ਸਨਮੁਖ ਖੜਾ ਕਰ ਦਿੱਤਾ। बालिक को पूजन क्यों कियो निंद्रा को त्याग। ਮਹਾਰਾਜ ਜੀ ਕਹਿੰਦੇ ਨੇ ਬੱਚੇ ਨੂੰ, ਬੱਚਿਆ ਭਾਈ ਤੇਰੀ ਉਮਰ ਬੜੀ ਛੋਟੀ ਹੈ, ਤੂੰ ਕਿਉਂ ਨੀਂਦ ਦਾ ਤਿਆਗ ਕਰਦਾ ਹੈ? ਬੱਚਿਆਂ ਨੂੰ ਤੇ ਨੀਂਦਰ ਬੜੀ ਪਿਆਰੀ ਹੁੰਦੀ ਹੈ, ਤੂੰ ਨੀਂਦ ਦਾ ਕਿਉਂ ਤਿਆਗ ਕਰਦਾ ਹੈ? ਕਿਉਂ ਤੂੰ ਸਵੇਰੇ ਸੰਗਤ ਵਿੱਚ ਚੱਲ ਕੇ ਆਉਂਦਾ ਹੈ? सब सवा जाम निस रहे ते कर आवत अनुराग। ਕਹਿੰਦੇ ਸਵਾ ਪੈਰ ਰਾਤ ਰਹਿੰਦੇ ਆਂ 2-3 ਵਜੇ ਹੀ ਕਹਿੰਦੇ ਉੱਠ ਜਾਂਦਾ ਹੈ ਤੂੰ। ਸਵਾ ਪੈਰ ਰਹਿੰਦੇ ਇੱਥੇ ਗੁਰਦੁਆਰੇ ਆ ਜਾਂਦਾ ਹੈ, ਇਹ ਸੰਗਤ 'ਚ ਆ ਜਾਂਦਾ ਹੈ, ਤੇ ਜਦੋਂ ਤੇ ਕੀਰਤਨ ਹੁੰਦਾ ਹੈ, ਕਥਾ ਹੁੰਦੀ ਹੈ, ਉਸ ਤੋਂ ਬਾਅਦ ਜਾਂਦਾ ਹੈ। ਬੇਟਾ ਐਸਾ ਕਿ ਤੈਨੂੰ ਪ੍ਰੇਮ ਲੱਗ ਗਿਆ ਹੈ ਸੰਗਤ ਦੇ ਨਾਲ। जो पई हास खेल पुन समन सुखारे बाल बैस मह इन सो प्यारे। ਮਹਾਰਾਜ ਕਹਿੰਦੇ ਬੱਚਾ, ਭਾਈ ਛੋਟੀ ਉਮਰ ਤੇ ਹੱਸਣ ਖੇਲਣ ਦੀ ਉਮਰ ਹੁੰਦੀ ਹੈ, ਖਾਣ ਪੀਣ ਦੀ ਉਮਰ ਹੁੰਦੀ ਹੈ, ਸੌਣ ਦੀ ਉਮਰ ਹੁੰਦੀ ਹੈ। ਤੈਨੂੰ ਛੋਟੀ ਉਮਰ ਇੰਨਾ ਵਿਰਾਗ ਲੱਗਿਆ ਹੈ,
ਤੂੰ ਛੋਟੀ ਉਮਰੇ ਆ ਕੇ ਹੀ ਗੁਰੂ ਦੀ ਸੰਗਤ ਵਿੱਚ ਬੈਠ ਜਾਂਦਾ ਹੈ। ਐਸੀ ਤੈਨੂੰ ਐਸੀ ਕੀ ਗੱਲ ਚੋਟ ਕਰ ਗਈ ਹੈ? ਸੋ ਤਜ ਕੇ ਸਤ ਸੰਗਤ ਮਾਹੀ, ਆਵਤ ਵਕਤ ਕੁਸਾਵਤ ਨਾਹੀ। ਤੂੰ ਨੀਂਦ ਵੀ ਛੱਡ ਦੇਣਾ ਹੈ, ਖਾਣ ਪੀਣ ਵੀ ਛੱਡ ਦੇਣਾ ਹੈ, ਤੇ 1 ਮਿੰਟ ਵੀ ਲੇਟ ਨਹੀਂ ਹੁੰਦਾ। ਸਾਰਾ ਕੁਝ ਟਾਈਮ ਪੂਰੇ ਟਾਈਮ ਤੇ ਤੂੰ ਸੰਗਤ ਦੇ ਵਿੱਚ ਆ ਜਾਣਾ ਹੈ। ਬਾਲਕ ਤਬ ਹੀ ਦੁਐ ਕਰ ਜੋਰੇ, ਕਹਿਨ ਲਗਿਓ ਸੁਣੀਏ ਪ੍ਰਭ ਮੋਰੇ। ਦੋਵੇਂ ਹੱਥ ਜੋੜ ਕੇ ਬੱਚਾ ਕਹਿਣ ਲੱਗਾ, ਹੇ ਮੇਰੇ ਪ੍ਰਭੂ ਜੀ, ਮੇਰੇ ਪਿਤਾ ਗੁਰੂ ਨਾਨਕ ਦੇਵ ਜੀ, ਮੇਰੀ ਗੱਲ ਸ਼ਰਵਣ ਕਰੋ। ਇੱਕ ਦਿਨ ਮਾਤਾ ਮੋਹੇ ਪਠਾਇਆ, ਇਤ ਆਹਾਰ ਪਾਵਕ ਮੰਗਵਾਇਆ। ਕਹਿੰਦੇ ਇੱਕ ਦਿਨ ਮੇਰੀ ਮਾਤਾ ਨੇ ਨਾ ਮੈਨੂੰ ਭੇਜਿਆ, ਜਾ ਪੁੱਤਰ ਲੱਕੜਾਂ ਲੈ ਕੇ ਆ। ਮੈਂ ਕਿਉਂਕਿ ਉਹਨੇ ਰੋਟੀ ਬਣਾਉਣੀ ਸੀ, ਮੈਂ ਘਰੋਂ ਤੁਰਿਆ, ਘਰੋਂ ਲੱਕੜਾਂ ਲੈਣ ਲਈ ਜੰਗਲ ਵਿੱਚ ਚਲਾ ਗਿਆ। ਬਾਹਰੋਂ ਮੁਝ ਤੇ ਜਾਏ ਨਾ ਬਾਰੀ, ਤਬ ਮਾਤਾ ਅਸ ਗਿਰਾ ਉਚਾਰੀ। ਮਹਾਰਾਜ ਹੱਥ ਜੋੜੇ ਨੇ, ਮੈਂ ਲੱਕੜਾਂ ਲੈ ਕੇ ਆਇਆ। ਜਦੋਂ ਲੱਕੜਾਂ ਲੈ ਕੇ ਆਇਆ, ਮੇਰੇ ਤੋਂ ਅੱਗ ਨਾ ਬਲੇ। ਤੇ ਮੇਰੀ ਮਾਤਾ ਕਹਿਣ ਲੱਗੀ, ਪੁੱਤਰ ਅਗਨੀ ਆਵੇ ਨਹੀਂ ਜਲਣੀ। ਛੋਟੀ ਸਮਾਤਾ ਉਪਰ ਪਾਏ, ਛੋਟੀ ਸਮਤਾ ਉਪਰ ਪਾਏ, ਤਿਨ ਪਰ ਦੀਰਘ ਦੀਜੈ ਲਾਏ। ਮੇਰੀ ਮਾਤ ਕਹਿਣ ਲੱਗੀ, ਬੇਟਾ ਜਿਹੜੀ ਛੋਟੀਆਂ ਲੱਕੜਾਂ ਦਾ ਬਾਲਣ ਹੈ, ਉਹਨਾਂ ਨੂੰ ਚੁੱਲ੍ਹੇ 'ਚ ਪਹਿਲਾਂ ਲਾ, ਤੇ ਉਹਨਾਂ ਦੇ ਉੱਤੇ ਵੱਡੀਆਂ ਲੱਕੜਾਂ ਨੂੰ ਰੱਖ ਦੇਈਂ। ਸੁਣ ਕੇ ਸੀਖ ਬਾਰ ਮੈਂ ਦੀਨੀ, ਪਿੱਖ ਗਿਣਤੀ ਉਰ ਭਈ ਨਵੀਨੀ। ਕਹਿੰਦੇ ਮਹਾਰਾਜ ਮੈਂ ਅੱਗ ਤੇ ਬਾਲ ਦਿੱਤੀ ਉਹ ਲੱਕੜਾਂ ਨਾਲ, ਪਹਿਲਾਂ ਛੋਟੀਆਂ ਰੱਖੀਆਂ, ਵੱਡੀਆਂ ਰੱਖੀਆਂ, ਪਰ ਉਦੋਂ ਮੇਰੇ ਦਿਮਾਗ ਦੇ ਅੰਦਰ ਇੱਕ ਨਵੇਂ ਵਿਚਾਰ ਨੇ ਜਨਮ ਲੈ ਲਿਆ। ਅਗਨ ਕਾਲ ਕੋ ਏਕ ਸੁਭਾਉ, ਛੋਟਾ ਵੱਡਾ ਨਾ ਜਾਣਤ ਕਾਉ। ਕਹਿੰਦੇ ਮਹਾਰਾਜ ਮੈਂ ਉਦੋਂ ਸਮਝਿਆ, ਮਨਾ ਕੋਈ ਅੱਗ ਦਾ ਤੇ ਮੌਤ ਦਾ ਇੱਕ ਹੀ ਸੁਭਾਅ ਹੈ। ਕੀ ਸੁਭਾਅ ਹੈ ਅੱਗ ਤੇ ਮੌਤ ਦਾ? ਕਹਿੰਦੇ ਅੱਗ ਤੇ ਮੌਤ ਛੋਟਾ ਵੱਡਾ ਨਹੀਂ ਵਹਿੰਦੀ। ਇੱਕ ਸਮ ਸਭ ਕੋ ਖਾਏ ਸੋ ਜਾਈ, ਨਹਿ ਕੈਸੇ ਹੂੰ ਹੋਤ ਬਚਾਈ। ਇਹ ਅੱਗ ਤੇ ਜਿਹੜਾ ਮੌਤ ਹੈ, ਕਾਲ ਹੈ ਨਾ, ਜਿਹੜਾ ਮੌਤ ਇਹਦੇ ਬਰਾਬਰ ਖਾਂਦੀ ਹੈ ਸਾਰਿਆਂ ਨੂੰ। ਰਾਜਾ ਤੇ ਭਾਵੇਂ ਰੰਕ ਹੈ, ਰਾਣਾ ਰਾਉ ਨਾ ਕੋਰ ਹੈ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ, ਰਾਜਾ ਪਰਜਾ ਸਮ ਕਰ ਮਾਰੇ। ਇਹ ਤੇ ਰਾਜੇ ਤੇ ਪਰਜੇ ਨੂੰ ਬਰਾਬਰ ਮਾਰਦੀ ਹੈ। ਕਿਉਂਕਿ ਬਾਲਕ ਛੋਟਾ ਹੈ, ਵਿਚਾਰ ਉੱਚਾ ਆ ਗਿਆ ਦਿਮਾਗ 'ਚ, ਪਰ ਕੋਈ ਪਿਛਲਾ ਕਰਮ ਹੁੰਦਾ ਹੈ। ਕਈ ਵਾਰੀ ਕਈ ਛੋਟੀ ਉਮਰ ਹੀ ਲੱਗ ਜਾਂਦੇ ਨੇ ਭਗਤੀ ਕਰਨ, ਕੋਈ ਪਿਛਲੇ ਜਨਮਾਂ ਦੇ ਵਿੱਚ ਭਗਤੀ ਚੋਖੀ ਕੀਤੀ ਹੁੰਦੀ ਹੈ, ਥੋੜਾ ਬਹੁਤਾ ਰਹਿ ਜਾਂਦਾ ਹੈ ਸਫ਼ਰ, ਫਿਰ ਉਹਨਾਂ ਨੂੰ ਆਹ ਜਨਮ ਦੁਬਾਰਾ ਮਿਲਦਾ। ਫਿਰ ਜਿਹੜੇ ਬੱਚੇ ਛੋਟੀ ਉਮਰ ਹੀ ਲੱਗ ਜਾਂਦੇ ਨੇ, ਇਸ ਬੰਨੇ ਨਾਮ ਜਪਣ ਲੱਗ ਜਾਂਦੇ ਨੇ, ਬਾਣੀ ਪੜ੍ਹਦੇ ਨੇ, ਕੋਈ ਪਿਛਲਾ ਹੀ ਪ੍ਰਾਲਬਧ ਹੁੰਦੀ ਹੈ ਨਾਮ ਜਪਿਆ। ਕਈ ਵਾਰੀ ਆਪਾਂ ਵੇਖਦੇ ਹਾਂ ਵੱਡੀ ਉਮਰਾਂ 'ਚ ਵੀ ਜਾ ਕੇ ਰੱਬ ਦੀ ਸੋਝੀ ਨਹੀਂ ਲੱਗਦੀ, ਸਾਰੀ ਉਮਰ ਸੌਣ ਖਾਣ 'ਚ ਹੀ ਗੁਜ਼ਰ ਜਾਂਦੀ ਹੈ। ਇਹ ਬਾਲਕ ਛੋਟੀ ਉਮਰੇ ਹੀ ਗੁਰੂ ਸਾਹਿਬ ਜੀ ਦੇ ਕੋਲ ਚੱਲ ਕੇ ਆ ਗਿਆ। ਮਹਾਰਾਜ ਜੀ ਨੇ ਵਿਚਾਰ ਕਹਿ ਰਿਹਾ, ਕਹਿੰਦੇ ਸੱਚੇ ਪਾਤਸ਼ਾਹ ਉਦਣ ਮੇਰੇ ਮਨ ਦੇ ਵਿੱਚ ਇਹ ਵੱਡਾ ਵਿਚਾਰ ਆਇਆ। ਤੁਮਰੇ ਦਰਸ਼ਨ ਕੇਰ ਪ੍ਰਭਾਵਾ, ਅਸ ਵਿਚਾਰ ਮੇਰੇ ਮਨ ਆਵਾ। ਪਰ ਮਹਾਰਾਜ ਨੂੰ ਕਹਿ ਰਿਹਾ, ਸੱਚੇ ਪਾਤਸ਼ਾਹ ਮੈਨੂੰ ਪਤਾ ਹੈ, ਇਹ ਮੇਰੇ ਮਨ ਵਿੱਚ ਵਿਚਾਰ ਪਤਾ ਹੈ ਕਿਉਂ ਆਇਆ, ਮੈਂ ਤੁਹਾਡੀ ਸੰਗਤ ਕਰਦਾ ਸੀ ਰੋਜ਼। ਕਿਉਂ ਮਹਾਰਾਜ ਨੂੰ ਹੱਥ ਜੋੜੇ ਨੇ, ਛੋਟਾ ਜਿਹਾ ਬੱਚਾ, ਮਹਾਰਾਜ ਤੁਹਾਡੀ ਸੰਗਤ ਕਰਦਾ ਸੀ, ਤਾਂ ਕਰਕੇ ਏਡਾ ਵੱਡਾ ਵਿਚਾਰ ਮੇਰੇ ਮਨ ਦੇ ਵਿੱਚ ਆ ਗਿਆ। ਸੰਗ ਮਾਤ ਕੇ ਅਸ ਮੈਂ ਪ੍ਰਾਹੀ, ਤਰਨ ਬੈਸ ਹੋਵੇ ਕਹਿ ਨਾਹੀ। ਕਹਿੰਦੇ ਮੈਂ ਆਪਣੀ ਮਾਂ ਨੂੰ ਕਿਹਾ, ਮਾਂ ਪਤਾ ਨਹੀਂ ਮੈਂ ਵੱਡਾ ਹੋਣਾ ਹੈ ਕਿ ਨਹੀਂ ਹੋਣਾ, ਮੈਂ ਅਜੇ ਬੱਚਾ, ਪਤਾ ਨਹੀਂ ਮੈਂ ਜਵਾਨ ਹੋਣਾ ਹੈ ਕਿ ਨਹੀਂ ਹੋਣਾ ਹੈ। ਕੋ ਜਾਣੈ ਲਗ ਹੀ ਮਰ ਜਾਵੋ, ਤਾਤੇ ਸ਼੍ਰੀ ਪ੍ਰਭ ਕੇ ਗੁਣ ਗਾਵੋ। ਮੈਂ ਆਪਣੀ ਮਾਂ ਨੂੰ ਆਖਿਆ, ਮਾਂ ਮੈਂ ਰੱਬ ਦੇ ਗੁਣ ਤਾਂ ਗਾਉਣਾ, ਪਤਾ ਨਹੀਂ ਮੈਂ ਛੋਟੀ ਉਮਰ ਹੀ ਮਰ ਜਾਣਾ, ਇਸ ਕਰਕੇ ਮੇਰਾ ਕੋਈ ਪਤਾ ਨਹੀਂ ਮੈਂ ਵੱਡਾ ਹੋਵਾਂ ਕਿ ਨਾ ਹੋਵਾਂ। ਮੈਂ ਮਹਾਰਾਜ ਤਾਂ ਹੀ ਕਹਿੰਦੇ ਨੇ, ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰ। ਕਹਿੰਦੇ ਤਰਨ ਆਪੋ ਇਉਂ ਹੀ ਗਿਓ, ਲਿਓ ਜਰਾ ਤਨ ਜੀ। ਤਰੁਣ ਕਹਿੰਦੇ ਨੇ, ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਲੋਕ ਹੈ, ਤਰੁਣ ਕਹਿੰਦੇ ਨੇ ਜਵਾਨੀ, ਜਵਾਨੀ ਇਵੇਂ ਚਲੀ ਗਈ
ਤਰਨ ਆਪੋ ਇਉਂ ਹੀ ਗਿਓ, ਐਵੇਂ ਗਿਆ। ਲਿਓ ਜਰਾ ਤੰਜੀਤ, ਬੁਢਾਪੇ ਨੇ ਜਿੱਤ ਲਿਆ, ਬੁਢਾਪੇ ਨੇ ਸਰੀਰ ਨੂੰ ਫੜ ਲਿਆ, ਗੁਣ ਹਜੇ ਵੀ ਨਹੀਂ ਗਾਇਆ। ਇਹ ਛੋਟਾ ਬੱਚਾ ਕਹਿੰਦਾ ਮਹਾਰਾਜ ਮੈਂ ਆਪਣੀ ਮਾਂ ਨੂੰ ਕਿਹਾ ਮਾਤਾ ਪਤਾ ਨਹੀਂ ਵੱਡਾ ਹੋਣਾ ਕਿ ਨਹੀਂ ਹੋਣਾ, ਜਾਣਾ ਤੇ ਸਾਰਿਆਂ ਨੇ ਹੈ, ਕੋਈ ਬੁਢੇਪੇ 'ਚ ਜਾਂਦਾ ਹੈ, ਕੋਈ ਜਵਾਨੀ 'ਚ ਜਾਂਦਾ ਹੈ, ਇਸ ਕਰਕੇ ਮੈਂ ਪ੍ਰਭੂ ਦੇ ਗੁਣ ਗਾ ਰਿਹਾ ਹਾਂ। ਜਾਨ ਕਾਲ ਕੋ ਡਰ ਸਿਰ ਭਾਰੀ, ਪਰਿਓ ਰਹੋ ਮੈਂ ਸ਼ਰਨ ਤੁਮਾਰੀ। ਮਹਾਰਾਜ ਤੇਰੀ ਸ਼ਰਨ ਪਤਾ ਵੀ ਕਿਉਂ ਮੈਂ ਪੈਂਦਾ, ਦੱਸਦਾ ਕਾਰਨ ਦੱਸ ਰਿਹਾ। ਮਹਾਰਾਜ ਮੇਰੇ ਸਿਰ ਦੇ ਉੱਤੇ ਮੌਤ ਦਾ ਡਰ ਹੈ। ਜਿਹਨੂੰ ਮੌਤ ਯਾਦ ਹੈ ਉਹਨੂੰ ਪਰਮਾਤਮਾ ਵੀ ਯਾਦ ਹੈ, ਯਾਦ ਰੱਖਣ। ਜਿਨ੍ਹਾਂ ਨੂੰ ਮੌਤ ਭੁੱਲ ਜਾਂਦੀ ਹੈ, ਕਾਲ ਭੁੱਲ ਜਾਂਦਾ ਹੈ, ਕਾਲ ਨਿਕਲ ਜਾਂਦਾ ਹੈ ਮਨ ਦੇ ਵਿੱਚੋਂ, ਉਹਨਾਂ ਨੂੰ ਰੱਬ ਵੀ ਭੁੱਲ ਜਾਂਦਾ। ਤਾਂ ਹੀ ਬਾਣੀ ਦੇ ਵਿੱਚ ਮਹਾਰਾਜ ਨੇ ਬੜੀ ਵਾਰੀ ਕਿਹਾ, ਕਹਿੰਦੇ ਮੌਤ ਭੁੱਲ ਗਈ ਹੈ, ਮਰਨ ਮਨੋਂ ਵਿਸਾਰਿਆ, ਮਰਨਾ ਮਨੋਂ ਵਿਸਰ ਜਾਏ। ਜਿਸ ਮਨੁੱਖ ਨੂੰ ਮਰਨਾ ਭੁੱਲ ਗਿਆ, ਬਸ ਇਹ ਯਾਦ ਰੱਖਣਾ ਰੱਬ ਭੁੱਲ ਗਿਆ। ਉਹ ਬੱਚਾ ਕਹਿੰਦਾ ਮਹਾਰਾਜ ਮੇਰੇ ਸਿਰ ਤੇ ਮੌਤ ਦਾ ਡਰ ਹੈ, ਮੈਨੂੰ ਪਤਾ ਹੈ ਨੈਨੋਂ ਦੇਖਤ ਇਹ ਜਗ ਜਾਈ, ਮੈਂ ਵੇਖ ਰਿਹਾ ਜਗ ਜਾ ਰਿਹਾ ਹੈ। ਤਜ ਕੈ ਨੀਂਦ ਸੁਨੋ ਪ੍ਰਭ ਗਾਤਾ, ਅਸ ਕੈ ਪੁਨ ਬੰਦੇ ਜਗ ਨਾਤਾ। ਮਹਾਰਾਜ ਇਸੇ ਕਰਕੇ ਮੈਂ ਨੀਂਦ ਛੱਡ ਕੇ, ਮੈਨੂੰ ਹੁਣ ਨੀਂਦ ਆਉਂਦੀ ਨਹੀਂ, ਐਵੇਂ ਲੱਗਦਾ ਮੌਤ ਸਿਰ ਤੇ ਖੜੀ ਹੈ, ਪਤਾ ਨਹੀਂ ਕਦੋਂ ਆ ਜਾਣੀ ਹੈ। ਮਹਾਰਾਜ ਜੀ ਬਾਣੀ ਦੇ ਵਿੱਚ ਆ ਜਿਹੜਾ ਸਾਡਾ ਸਰੀਰ ਹੈ ਇਹਨੂੰ ਨੇ ਮੁਨਿਆਦੀ ਦੇ ਕਹਿੰਦੇ ਨੇ, ਨੇ ਮੁਨਿਆਦੀ। ਮੁਨਿਆਦ ਕੋਈ ਨਹੀਂ ਇਹਦੀ, ਕੋਈ ਪੁਲ ਬਣਾਓ, ਕੋਈ ਘਰ ਬਣਾਓ ਦੀ ਬੁਨਿਆਦ ਹੈ, ਕਿਸੇ ਦੀ 50 ਸਾਲ, ਕਿਸੇ ਦੀ 100 ਸਾਲ। ਕੋਈ ਸਰੀਰ ਦੀ ਬੁਨਿਆਦ ਹੈ ਨਹੀਂ ਹੈ। ਇਹ ਤੇ ਸਵਾਸਾਂ ਨਾਲ ਚੱਲਦਾ ਹੈ, ਜਿੱਦਣ ਸਵਾਸ ਗਏ ਸਰੀਰ ਗਿਆ। ਕਈ ਵਾਰੀ ਸਰੀਰ ਚੰਗਾ ਭਲਾ ਹੁੰਦਾ ਹੈ, ਅੱਖਾਂ ਚੰਗੀਆਂ ਹੁੰਦੀਆਂ ਨੇ, ਦੰਦ ਵੀ ਹੁੰਦੇ ਨੇ ਸਾਰੇ, ਪਰ ਅੰਦਰ ਸਰੀਰ ਦੇ ਸਾਹ ਨਹੀਂ ਹੁੰਦੇ। ਇਸ ਕਰਕੇ ਮਹਾਰਾਜ ਜੀ ਨੂੰ ਕਹਿ ਰਿਹਾ ਸੱਚੇ ਪਾਤਸ਼ਾਹ ਮੈਂ ਇਸ ਡਰ ਦੇ ਕਰਕੇ ਨੀਂਦ ਨੂੰ ਛੱਡ ਕੇ, ਮੈਨੂੰ ਨੀਂਦਰ ਨਹੀਂ ਆਉਂਦੀ, ਮੈਂ ਤੁਹਾਡੀ ਸੰਗਤ ਦੇ ਵਿੱਚ ਆਉਣਾ, ਤੁਹਾਡੇ ਗੁਣ ਗਾ ਰਿਹਾ ਹਾਂ। ਤੇ ਛਿਨ ਸੰਗਤ ਸੁਨ ਸਿਸ ਬਾਨੀ, ਸਰਬ ਰਹੀ ਹਿਰਦੇ ਬਿਸਮਾਨੀ। ਹੁਣ ਜਿੰਨੀ ਸੰਗਤ ਆਈ ਸੀ ਗੁਰੂ ਜੀ ਦੇ ਕੋਲੋਂ ਨਾ, ਬੱਚੇ ਦੀ ਬਾਣੀ ਸੁਣੀ ਵੀ ਏਡੀ ਅਗਲੀ ਗੱਲ ਕਰ ਰਿਹਾ। ਸਾਰੀ ਦੀ ਸਾਰੀ ਜਿੰਨੀ ਸੰਗਤ ਸੀ, ਸਾਰੀ ਦਿਲ ਦੇ ਵਿੱਚ ਬੜੀ ਅਚਰਜਤਾ ਮਹਿਸੂਸ ਕਰ ਰਹੀ ਹੈ। ਅਲਪ ਬੈਸ ਸਤ ਸੰਗ ਮੁਝਾਰੀ, ਨਿਰਮਲ ਕੀਨੀ ਸੁਮਤ ਵਿਚਾਰੀ। ਕਹਿੰਦੇ ਛੋਟੀ ਜੀ ਉਮਰ ਹੈ ਬੱਚੇ ਦੀ, ਕਿੱਡੀ ਵੱਡੀਆਂ ਗੱਲਾਂ ਕਰਦਾ ਹੈ, ਕਿੱਡੇ ਨਿਰਮਲ ਮਨ ਦੀਆਂ ਗੱਲਾਂ ਇਹ ਕਰ ਰਿਹਾ ਹੈ। ਦੇਖ ਜਗਤ ਧੰਦੇ ਲਪਟਾਇਓ, ਮਾਇਆ ਮੋਹ ਸਰਬ ਬਿਰਮਾਇਓ। ਕਹਿੰਦੇ ਇਹ ਵੇਖੋ ਇਹ ਛੋਟਾ ਜਿਹਾ ਇੱਧਰ ਲੱਗ ਗਿਆ, ਜਗਤ ਧੰਦੇ ਵਿੱਚ ਵਿਆਪਿਆ ਹੋਇਆ। ਦੁਨੀਆ ਧੰਦਿਆਂ ਦੇ ਵਿੱਚ, ਮਾਇਆ ਦੇ ਮੋਹ ਦੇ ਅੰਦਰ ਚਿੱਤ ਨਹੀਂ ਆ ਰਿਹਾ ਪਰਮਾਤਮਾ, ਪਰ ਇਹਦੀ ਛੋਟੀ ਬੈਸ ਹੈ, ਛੋਟੀ ਆਰਜ ਹੈ, ਛੋਟੀ ਆਯੂ ਦੇ ਵਿੱਚ ਹੀ ਪਰਮਾਤਮਾ ਨਾਲ ਜੁੜ ਗਿਆ ਹੈ। ਦੇਨੇ ਹੇਤ ਭਲੋ ਉਪਦੇਸ਼ਾ, ਭਨਿਓ ਸ਼ਬਦ ਤਬ ਸ੍ਰੀ ਜਗਤੇਸ਼ਾ। ਉਹਨੂੰ ਭਲਾ ਵਿਚਾਰ ਦੇਣ ਦੇ ਲਈ, ਉਹਨੂੰ ਸਮਤ ਦੇਣ ਦੇ ਲਈ ਗੁਰੂ ਸਾਹਿਬ ਜੀ ਨੇ ਫਿਰ ਉਸ ਸਮੇਂ ਇੱਕ ਸ਼ਬਦ ਰਚਿਆ ਹੈ। ਸ਼ਲੋਕ ਮਹੱਲਾ ਪਹਿਲਾ, ਨਾਨਕ ਇਹੋ ਜੀਉ ਮਛਲੀ, ਜੀਵਰ ਤ੍ਰਿਸ਼ਨਾ ਕਾਲ। ਮਹਾਰਾਜ ਕਹਿੰਦੇ, ਨਾਨਕ ਜੀ ਮੋਹਰ ਲਾ ਕੇ ਕਹਿੰਦੇ ਨੇ ਇਹ ਪ੍ਰਾਣੀ ਜਿਹੜਾ ਹੈ ਇਹ ਮਛਲੀ ਦੀ ਨਿਆਈ, ਤੇ ਜਿਹੜੀ ਮੌਤ ਹੈ ਇਹ ਕੀ ਹੈ, ਇਹ ਲਾਲਚੀ ਮਛੇਰੇ ਦੇ ਉੱਤੇ, ਜਿਹੜਾ ਮੱਛੀਆਂ ਨੂੰ ਫੜਦਾ ਹੈ ਇਹ ਮਛੇਰੇ ਦੇ ਉੱਤੇ। ਹੁਣ ਇਹ ਜੀਵ ਨੂੰ ਕੀ ਕਿਹਾ, ਮਛਲੀ ਦੀ ਨਿਆਈ, ਤੇ ਮਛਲੀ ਨੂੰ ਫੜਦਾ ਕੌਣ ਹੈ, ਮਛੇਰਾ। ਮਹਾਰਾਜ ਕਹਿੰਦੇ ਜੀਵ ਹੈ ਜਿਹੜਾ ਪ੍ਰਾਣੀ ਹੈ ਦੁਨੀਆ ਤੇ, ਇਹ ਮਛਲੀ ਦੀ ਨਿਆਈ ਹੈ, ਤੇ ਜਿਹੜਾ ਮਛੇਰਾ ਹੈ ਉਹ ਝੀਵਰ ਦੀ ਨਿਆਈ ਹੈ। ਮਨੁਆ ਅੰਧ ਨਾ ਚੇਤਈ, ਪੜੈ ਅਚਿੰਤਾ ਜਾਲ। ਪਰ ਪ੍ਰਾਣੀ ਆਪਣੇ ਮਨ ਦੇ ਅੰਦਰ ਸਮਝਦਾ ਨਹੀਂ, ਮਨ ਬੁੱਧ ਚਿੱਤ ਦੀ ਇਕਾਗਰਤਾ ਨਹੀਂ ਹੁੰਦੀ, ਅੰਤःਕਰਨ ਸ਼ੁੱਧ ਨਹੀਂ ਹੁੰਦਾ। ਇਸ ਕਰਕੇ ਇਹਦੇ ਮਨ ਦੇ ਅੰਦਰ ਇਹ ਜਿਹੜਾ ਵਿਚਾਰ ਇਹ ਟਿਕਦਾ ਨਹੀਂ ਮੌਤ ਵਾਲਾ, ਮੌਤ ਇਹਨੂੰ ਚੇਤੇ ਨਹੀਂ ਆਉਂਦੀ, ਇਹ ਚੇਤੇ ਨਹੀਂ ਕਰ ਰਿਹਾ। ਜਿਵੇਂ ਮਛਲੀਆਂ ਤੇ ਆ ਕੇ ਮਛੇਰੇ ਅਚਿੰਤੇ ਹੀ ਜਾਲ ਸੁੱਟ ਕੇ ਮਛਲੀਆਂ ਫੜ ਲੈਂਦੇ ਨੇ, ਐਵੇਂ ਮਹਾਰਾਜ ਕਹਿੰਦੇ ਨੇ ਇਹ ਜੀਵ ਤੇ ਵੀ ਇੱਕ ਦਿਨ ਅਚਿੰਤਾ ਜਾਲ ਪੈਣਾ ਹੈ। ਕੋਈ ਪਤਾ ਨਹੀਂ ਇਹਨੇ ਕਿੱਥੇ ਜਾ
ਕਿੱਥੇ ਜਾ ਕੇ ਇਹਨੂੰ ਮੌਤ ਨੇ ਫੜ ਲੈਣਾ ਹੈ। ਨਾਨਕ ਚਿਤ ਅਚੇਤ ਹੈ, ਚਿੰਤਾ ਵਧਾ ਜਾਏ। ਮਹਾਰਾਜ ਕਹਿੰਦੇ ਇਹ ਤੇ ਚਿੰਤਾ ਦੇ ਵਿੱਚ ਅਚੇਤ ਹੈ, ਸਿਰਫ ਇਹਨੂੰ ਪਰਮਾਤਮਾ ਯਾਦ ਨਹੀਂ, ਪਰਮਾਰਥ ਯਾਦ ਨਹੀਂ, ਸਵਾਰਥ ਯਾਦ ਨਹੀਂ, ਜਿਹੜਾ ਇਹਦਾ ਮੇਨ ਸੁਭਾਅ ਹੈ ਉਹ ਯਾਦ ਨਹੀਂ। ਇਸ ਕਰਕੇ ਇਸ ਜੀਵ ਨੂੰ, ਜੀਵ ਚਿੰਤਾ ਦੇ ਵਿੱਚ ਹੀ ਜਾਈ ਜਾਂਦਾ ਹੈ। ਆਮ ਵੇਦਾਂਤ ਦੇ ਵਿੱਚ ਸਿਆਣੇ ਪੁਰਸ਼ ਕਹਿੰਦੇ ਨੇ, ਜਿਸ ਦਿਨ ਦੇਸ਼ ਕਾਲ ਅਤੇ ਸਮਾਂ, ਦੇਸ਼ ਕਾਲ ਅਤੇ ਸਥਾਨ, ਜਿਸ ਦਿਨ ਇਹ ਤਿੰਨੇ ਇਕਾਗਰ ਹੁੰਦੇ ਨੇ, ਉਸ ਦਿਨ ਮਨੁੱਖ ਦੀ ਮੌਤ ਆ ਜਾਂਦੀ ਹੈ। ਦੇਸ਼ ਕਾਲ ਅਤੇ ਸਥਾਨ। ਇਸ ਕਰਕੇ ਇਹ ਤਿੰਨਾਂ ਦਾ, ਜਿਸ ਦਿਨ ਮੂਸਾ ਦੁਨੀਆ ਤੋਂ ਗਿਆ ਉਸ ਦਿਨ ਉਹਨੂੰ ਜੰਮ ਪਹਿਲਾਂ ਮਿਲ ਪਿਆ। ਜੰਮ ਕਹਿੰਦਾ ਤੇਰੀ ਸ਼ਾਮ ਨੂੰ ਮੌਤ ਆ, ਕਹਿੰਦਾ ਮੈਂ ਭੱਜ ਜਾਵਾਂ। ਉਹ ਭੱਜਿਆ, ਅੱਗੇ ਗਿਆ ਜੰਮ, ਜਾ ਕੇ ਉਹਨੂੰ ਜਿੱਥੇ ਜਾਣਾ ਸੀ ਘੋੜਾ ਲੈ ਕੇ ਭੱਜਿਆ, ਅੱਗੇ ਮਿਲੇ ਜੰਗਲ ਸੀ ਬਿਆਬਾਨ, ਉੱਥੇ 5-4 ਲੋਕ ਖੱਡਾ ਖੋਦ ਰਹੇ ਸੀ। ਮੂਸਾ ਪੁੱਛਦਾ ਹੈ ਪੈਗੰਬਰ ਜਾ ਕੇ, ਖੱਡਾ ਕਿਹਦੇ ਵਾਸਤੇ ਖਰੀਦ ਰਹੇ ਹੋ, ਕਿਉਂ ਪੁੱਟਦੇ ਪਏ ਹੋ? ਉਹ ਕਹਿੰਦੇ ਇੱਕ ਨੇ ਆਉਣਾ ਹੈ ਤੇ ਉਹਦੀ ਮੌਤ ਹੈ ਅੱਜ। ਕਹਿੰਦਾ ਮੈਂ ਤੇ ਇੱਥੇ ਛੱਡ ਆਇਆ ਇਹਨਾਂ ਨੂੰ, ਇਹ ਅੱਗੇ ਮਿਲ ਪਏ। ਕਹਿੰਦੇ ਤੇਰਾ ਸਥਾਨ ਇਹ ਸੀ ਮੌਤ ਦਾ। ਕਈ ਵਾਰੀ ਅਸੀਂ ਦੇਖਦੇ ਹਾਂ ਕੋਈ ਘਰੋਂ ਬੜੀ ਦੂਰ ਜਾਂਦਾ, ਕਿਸੇ ਦੀ ਵਿਦੇਸ਼ ਵਿੱਚ ਮੌਤ ਹੁੰਦੀ ਹੈ, ਉਹਦੇ ਮੌਤ ਦਾ ਸਥਾਨ ਵਿਦੇਸ਼ ਵਿੱਚ ਸੀ। ਜਿਸ ਦਿਨ ਦੇਸ਼ ਸਮਾਂ ਬਰਾਬਰ ਹੋਣਾ ਚਾਹੀਦਾ ਹੈ। ਇਸ ਕਰਕੇ ਦੇਸ਼, ਸਮਾਂ ਤੇ ਸਥਾਨ, ਇਹ ਜਿੱਦਣ ਤਿੰਨੇ ਚਾਰੇ ਚੀਜ਼ਾਂ ਮਿਲ ਜਾਂਦੀਆਂ ਹਨ, ਉਸ ਦਿਨ ਮਨੁੱਖ ਦੀ ਮ੍ਰਿਤਿੂ ਹੋ ਜਾਂਦੀ ਹੈ। ਨਦਰ ਕਰੇ ਜੇ ਆਪਣੀ, ਤਾਂ ਆਪੇ ਲਏ ਮਿਲਾਏ। ਇਸ ਕਰਕੇ ਪਰਮਾਤਮਾ ਜੇ ਮਨੁੱਖ ਤੇ ਕਿਰਪਾ ਕਰਦਾ ਹੈ ਨਾ, ਫਿਰ ਇਹਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਕਿਰਪਾ ਕਰਦਾ ਕਦੋਂ ਹੈ? ਜਦੋਂ ਆਪਣੀ ਸਤ ਸੰਗਤ ਬਖਸ਼ੇ। ਕਰ ਕਿਰਪਾ ਸਤਸੰਗ ਮਿਲਾਇਓ। ਜਿੱਦਣ ਮਨੁੱਖ ਦੇ ਕਿਰਪਾ ਹੁੰਦੀ ਹੈ, ਉਹਦੀ ਇੱਕੋ ਹੀ ਨਿਸ਼ਾਨੀ ਹੈ, ਉਹ ਸਤਸੰਗੀ ਬਣ ਜਾਏਗਾ। ਬਸ ਚੰਗੀਆਂ ਵਿਚਾਰਾਂ ਸੁਣਨੀਆਂ ਸ਼ੁਰੂ ਕਰ ਦੇਗਾ, ਚੰਗੇ ਮਨੁੱਖਾਂ ਕੋਲ ਬਹੇਗਾ, ਕਥਾ ਕੀਰਤਨ 'ਚ ਉਹਦਾ ਦਿਲ ਲੱਗਣਾ ਸ਼ੁਰੂ ਹੋ ਜਾਏਗਾ, ਬਾਣੀ ਸੁਣੇਗਾ, ਦਿਲ ਲੱਗੇਗਾ। ਜਦੋਂ ਤੇ ਕਥਾ ਸੁਣਦਿਆਂ, ਕੀਰਤਨ ਸੁਣਦਿਆਂ, ਗੁਰੂ ਦੀ ਵਡਿਆਈ ਸੁਣਦਿਆਂ, ਬਾਣੀ ਸੁਣਦਿਆਂ ਮਨ ਭੱਜਦਾ ਹੈ, ਇਹਦਾ ਮਤਲਬ ਇਹ ਹੈ ਹਜੇ ਕਿਰਪਾ ਨਹੀਂ। ਕਿਰਪਾ ਦੀ ਨਿਸ਼ਾਨੀ ਇਹੀ ਹੋਵੇ। ਕਿਰਪਾ ਦੀ ਨਿਸ਼ਾਨੀ ਮਹਾਰਾਜ ਕਰ ਕਿਰਪਾ ਸਤਸੰਗ ਮਿਲਾਇਓ। ਕਿਰਪਾ ਦੀ ਨਿਸ਼ਾਨੀ ਇਹ ਹੈ ਮਨੁੱਖ ਦਾ ਬਾਣੀ ਵਿੱਚ, ਕੀਰਤਨ ਵਿੱਚ, ਕਥਾ ਦੇ ਵਿੱਚ ਦਿਲ ਲੱਗਦਾ ਹੈ, ਦੁਨਿਆਵੀ ਧੰਦੇ ਵੀ ਕਰਦਾ ਹੈ, ਪਰ ਉਹਨਾਂ ਨੂੰ ਪਹਿਲਾਂ ਹੀ ਕੰਮ ਕਰ ਲੈਂਦਾ ਹੈ। ਦੋਹਰਾ ਸੁਨ ਸਭ ਨਰਪੁਰ ਕੇ ਬਚਨ, ਭਏ ਭਜਨ ਗਤ ਸੋਏ। ਕਹਿੰਦੇ ਗੁਰੂ ਜੀ ਦਾ ਇਹ ਵਾਲਾ ਸ਼ਬਦ ਸੁਣ ਕੇ ਜਿੰਨੇ ਲੋਕ ਕਰਤਾਰਪੁਰ ਸਾਹਿਬ ਵਿੱਚ ਬੈਠੇ ਸੀ, ਮਹਾਰਾਜ ਜੀ ਦਾ ਬਚਨ ਸੁਣਿਆ, ਬਚਨ ਸੁਣ ਕੇ ਸਾਰੇ ਪ੍ਰੇਮ ਦੇ ਵਿੱਚ ਰੱਤੇ ਗਏ। ਆਤਮ ਗਿਆਨ ਵਿਚਾਰਹੀ, ਜਿਸ ਤੇ ਸਭ ਸੁਖ ਹੋਏ। ਆਤਮ ਗਿਆਨ ਵਿਚਾਰੇ ਨੇ, ਆਤਮ ਦੇ ਵਿੱਚ, ਆਪਣੀ ਆਤਮਾ ਦੇ ਵਿੱਚ ਸ਼ਬਦ ਨੂੰ ਟਿਕਾ ਰਹੇ ਹਨ। ਪਰਮਾਤਮਾ ਨੂੰ ਹਿਰਦੇ ਦੇ ਵਿੱਚ, ਹਿਰਦੇ ਸਵਰੂਪ ਦੇ ਵਿੱਚ ਪਰਮਾਤਮਾ ਦਾ ਧਿਆਨ ਧਾਰਨ ਕਰ ਰਹੇ ਹਨ। ਕਿਰਪਾ ਦ੍ਰਿਸ਼ਟ ਕਰ ਇਉ ਜਗ ਸਾਈ, ਮਨੁਜ ਅਨੇਕਨ ਭਗਤ ਦ੍ਰਿੜਾਈ। ਐਵੇਂ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਅਨੇਕਾਂ ਹੀ ਮਨੁੱਖਾਂ ਨੂੰ ਭਗਤੀ ਦੀ ਦਾਤ ਬਖਸ਼ੀ। ਪਤਾ ਨਹੀਂ ਕਿੰਨੇ, ਕਹਿੰਦੇ ਤਾਰੇ ਗਿਨੇ ਜਾਤ ਹੈ, ਨਾ ਤਾਰੇ ਗਿਨੇ ਜਾਤ। ਇਹ ਆਮ ਇੱਕ ਸ਼ਾਇਰ ਨੇ ਬੜਾ ਸੋਹਣਾ ਲਿਖਿਆ, ਕਹਿੰਦੇ ਤਾਰੇ ਗਿਣੇ ਜਾ ਸਕਦੇ ਨੇ, ਜਿੰਨੇ ਜੀਵਾਂ ਨੂੰ ਗੁਰੂ ਨਾਨਕ ਸਾਹਿਬ ਨੇ ਦੁਨੀਆ ਤੋਂ ਪਾਰ ਉਤਾਰਿਆ ਉਹ ਨਹੀਂ ਗਿਣੇ ਜਾ ਸਕਦੇ। ਤਾਰੇ ਗਿਨੇ ਜਾਤ ਹੈ, ਨਾ ਤਾਰੇ ਗਿਨੇ ਜਾਤ ਹੈ। ਤਾਰੇ ਗਿਣੇ ਜਾ ਸਕਦੇ ਨੇ, ਜਿੰਨਿਆਂ ਲੋਕਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ, ਜਿੰਨੇ ਪੁਰਸ਼ਾਂ ਨੂੰ ਗੁਰੂ ਨਾਨਕ ਸਾਹਿਬ ਨੇ ਮੁਕਤੀ ਦੀ ਦਾਤ ਬਖਸ਼ੀ, ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਇੱਕ ਦਿਨ ਬੈਠੇ ਜਲਦ ਬਵੇਕੂ, ਮੂਲਾ ਕੀੜ ਨਾਮ ਨਰ ਏਕੂ। ਕਹਿੰਦੇ ਇੱਕ ਦਿਨ ਗਿਆਨ ਦੇ ਸਾਗਰ ਗੁਰੂ ਨਾਨਕ ਦੇਵ ਜੀ ਬੈਠੇ ਸਨ। ਇੱਕ ਸਿੱਖ ਉਹਨਾਂ ਦੇ ਕੋਲ ਚੱਲ, ਜਿਵੇਂ ਅਸੀਂ ਚੱਲ ਕੇ ਆਉਂਦੇ ਹਾਂ ਅੱਜ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਿਲਣ, ਐਵੇਂ ਚੱਲ ਕੇ ਆਉਂਦੇ ਸੀ। ਇਸੇ ਤਰੀਕੇ ਨਾਲ ਹੀ ਦੀਵਾਨ ਲੱਗਦੇ ਸੀ, ਐਵੇਂ ਸਭ ਕੁਝ ਸੀ, ਕੋਈ ਬਦਲਿਆ ਨਹੀਂ ਸੀ। ਐਵੇਂ ਗੁਰਦੁਆਰੇ ਹੁੰਦੇ ਸੀ, ਧਰਮਸ਼ਾਲ ਕਿਹਾ ਜਾਂਦਾ ਸੀ। ਇੱਕ ਸਿੱਖ ਚੱਲ ਕੇ ਆਇਆ ਗੁਰੂ ਜੀ ਦੇ ਕੋਲ, ਉਹਦਾ ਨਾਮ ਸੀ ਮੂਲਾ ਕੀੜੂ।
ਗੁਰ ਸਮੀਪ ਚੱਲ ਕੈ ਸੋ ਆਇਓ, ਸ਼ਾਂਤ ਭਈ ਮਨ ਦਰਸ਼ਨ ਪਾਇਓ। ਗੁਰੂ ਜੀ ਦੇ ਕੋਲੋਂ ਘਰੋਂ ਚੱਲ ਕੇ ਆਇਆ, ਜਿਉਂ ਹੀ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਮਨ ਵਿੱਚ ਸ਼ਾਂਤੀ ਪ੍ਰਾਪਤ ਹੋਈ। ਔਰ ਬੇਕਾਰ ਸਭ ਨਾਸੇ ਐਸੇ, ਪਾਵਸ ਹੋਤ ਜਵਾਸੋ ਜੈਸੇ। ਕਹਿੰਦੇ ਉਹਦੇ ਦਿਲ ਦੇ ਵਿੱਚ, ਉਹਦੇ ਹਿਰਦੇ ਦੇ ਵਿੱਚੋਂ ਮਾੜੀ ਦ੍ਰਿਸ਼ਟੀ, ਮਾੜੇ ਵਿਚਾਰ, ਮਾੜੀਆਂ ਕਲਪਨਾਵਾਂ ਐਸੇ ਨਿਕਲ ਗਈਆਂ ਜਿਵੇਂ ਅੱਗ ਦੇ ਵਿੱਚ ਬਾਲਣ ਪਾ ਦੇਵੋ, ਸੜ ਕੇ ਰਾਖ ਹੋ ਜਾਂਦਾ ਹੈ। ਬੰਦ ਹਾਥ ਬੋਲਿਓ ਇਹ ਅਰਥਾ, ਮੋਹਿ ਬਤਾਵੋ ਪ੍ਰਭੂ ਸਮਰੱਥਾ। ਹੱਥ ਜੋੜ ਕੇ ਕਹਿਣ ਲੱਗਿਆ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ, ਮੈਨੂੰ ਇੱਕ ਚੀਜ਼ ਦਾ ਜਵਾਬ ਦਿਓ। ਮੇਰੀ ਇੱਕ ਛੋਟੀ ਜਿਹੀ ਪਰੇਸ਼ਾਨੀ ਹੈ, ਉਹਦਾ ਮੈਨੂੰ ਹੱਲ ਦੱਸੋ। ਚੰਚਲ ਚੀਤ ਨਾ ਜਾਏ ਤਮਾਸੇ, ਜੂਏ ਜਾਏ ਨਾ ਖੇਲੇ ਪਾਸੇ। ਮਹਾਰਾਜ ਜੀ, ਮੇਰਾ ਜਿਹੜਾ ਮਨ ਹੈ ਨਾ, ਇਹ ਦੁਨੀਆ ਦੇ ਤਮਾਸ਼ਿਆਂ ਵਿੱਚ ਉਲਝਿਆ ਰਹਿੰਦਾ ਹੈ ਤੇ ਮੈਨੂੰ ਜੂਆ ਖੇਲਣ ਦੀ ਆਦਤ ਹੈ ਤੇ ਮੈਂ ਸਾਰਾ ਦਿਨ ਜੂਆ ਵੀ ਖੇਲਦਾ ਤੇ ਦੁਨੀਆ ਦੇ ਜਿਹੜੇ ਰੰਗ ਤਮਾਸ਼ੇ ਨੇ, ਮਨ ਭੱਜ ਕੇ ਉਧਰ ਨੂੰ ਜਾਂਦਾ ਹੈ। ਤੁਹਾਡੀ ਬਾਣੀ ਵੱਲ ਘੱਟ ਲੱਗਦਾ ਹੈ, ਉਧਰ ਨੂੰ ਭੱਜ ਕੇ ਜਾਂਦਾ। ਕਦੀ ਵੇਖਣਾ ਕੋਈ ਫਿਲਮ, ਨਾਟਕ, ਚੇਟਕ ਚੱਲਦਾ ਹੋਵੇ, ਉਹਦੇ ਵਿੱਚ ਬੜੀ ਛੇਤੀ ਦਿਲ ਲੱਗਦਾ। ਆਮ ਨਾ ਕਦੀ ਵੀ ਵੇਖਣਾ ਕਿਸੇ ਦੀ ਕੋਈ ਗਲੀ ਮਹੱਲੇ ਵਿੱਚ ਲੜਾਈ ਹੋ ਜਾਏ, ਉਹ ਵੇਖਣ ਨੂੰ ਮਨੁੱਖ ਦਾ ਮਨ ਛੇਤੀ ਕਰੇਗਾ ਜ਼ਿਆਦਾ, ਉਹਦੇ ਬਾਰੇ ਫਿਰ ਵਿਚਾਰ ਵੀ ਕਰੇਗਾ, ਕਿਹਦੀ ਹੋਈ, ਕਿਹਦੇ ਨਾਲ ਹੋਈ, ਕਿਉਂ ਹੋਈ, ਸਾਰੀ ਗੱਲ। ਗੁਰੂ ਦੇ ਦਰਬਾਰੇ ਆਉਂਦਾ, ਚੁੱਪ ਕਰਕੇ ਮੱਥਾ ਟੇਕਦਾ, ਨਿਕਲ ਜਾਂਦਾ, ਨਾ ਪੁੱਛਦਾ ਹੁਕਮਨਾਮਾ ਕੀ ਆਇਆ, ਇਹਦੇ ਅਰਥ ਕੀ ਨੇ, ਇਹਨੂੰ ਗੁਰੂ ਜੀ ਕਹਿਣਾ ਕਦੀ ਨਹੀਂ ਪੁੱਛਿਆ ਕਿਸੇ ਨੇ। ਲੜਾਈ ਹੋ ਜਾਏ ਉਹਦੀ ਪੂਰੀ ਇਨਕੁਆਇਰੀ ਕਰੇਗਾ, ਹਾਂ ਇਹ ਮਾੜੀ ਗੱਲ ਹੈ, ਐਵੇਂ ਨਹੀਂ ਹੋਣਾ ਚਾਹੀਦਾ। ਉਹਨੂੰ ਕੋਈ ਪੁੱਛ ਵੀ ਨਹੀਂ ਰਿਹਾ ਕਿਹਦੀ ਲੜਾਈ ਹੈ, ਤੈਨੂੰ ਸੱਦਿਆ ਵੀ ਕਿਸੇ ਨਹੀਂ, ਤੂੰ ਕੋਠੇ ਚੜ੍ਹ ਕੇ ਤੱਕ ਰਿਹਾ, ਤੇਰਾ ਕੀ ਮਤਲਬ ਐਵੇਂ ਤੱਕਣ ਦਾ? ਤੂੰ ਕਿਉਂ ਆਪਣੇ ਮਨ ਨੂੰ ਵਕਾਰੀ ਬਣਾ ਰਿਹਾ? ਕਿਸੇ ਦੇ ਪਾਪਾਂ ਦਾ ਤੂੰ ਕਿਉਂ ਭਾਗੀ ਬਣ ਰਿਹਾ? ਲੜਿਆ ਕੋਈ ਹੈ, ਲੜਾਈ ਕਿਸੇ ਦੀ ਹੋਈ ਹੈ, ਨਿੰਦਿਆ ਆਪ ਕਰੀ ਜਾਂਦਾ ਕਿਸੇ। ਉੱਥੇ ਪੂਰੀ ਇਨਕੁਆਇਰੀ ਕਰੇਗਾ, ਭਾਵੇਂ 3 ਘੰਟੇ ਲੱਗ ਜਾਣ। ਫਿਰ ਘਰ ਆ ਕੇ ਕਹੇ ਰੋਟੀ ਲਿਆਓ, ਕਿੱਥੇ ਸੀ? ਕਹਿੰਦੇ ਉਹ ਲੜਾਈ ਵੱਜ ਗਈ ਸੀ ਮਾੜਾ ਵਿੱਚ, ਮੈਂ ਵੀ ਛਡਾ ਰਿਹਾ। ਤੈਨੂੰ ਕਿਹਨੇ ਕਿਹਾ ਛਡਾ ਤੂੰ? ਕਿਸੇ ਨੇ ਸੱਦਿਆ ਨਹੀਂ, ਬੁਲਾਇਆ ਨਹੀਂ, ਬਿਨਾਂ ਗੱਲ ਤੋਂ ਪੰਚਾਇਤ ਬਣਾ ਮਨੁੱਖ ਕਰਦਾ ਹੀ ਰਹਿੰਦਾ। ਗੁਰੂ ਦੇ ਦਰ ਤੇ ਆਇਓ, ਏਡੇ ਵੱਡੇ ਵੱਡੇ ਹੁਕਮਨਾਮੇ ਲਿਖੇ ਹੁੰਦੇ ਨੇ ਗੁਰੂ ਦੇ, ਕਦੀ ਇਹ ਨਹੀਂ ਕਿਸੇ ਕਿਹਾ ਅੱਜ ਗੁਰੂ ਨੇ ਕੀ ਦੱਸਿਆ ਮੇਰੇ ਸਮਝ 'ਚ ਨਹੀਂ ਆਇਆ, ਮੈਂ ਕਿਉਂ ਨਾ ਇੱਥੇ ਗ੍ਰੰਥੀ ਸਿੰਘ ਨੂੰ ਪੁੱਛ ਹੀ ਲਵਾਂ ਵੀ ਇਹਦਾ ਕੀ ਅਰਥ ਹੈ। ਇਹ ਗੁਰੂ ਜੀ ਕਹਿੰਦੇ ਕਿ ਨੇ ਮੇਰੀ ਜ਼ਿੰਦਗੀ 'ਚ ਕੋਈ ਲਾਭ ਮਿਲ ਜਾਏਗਾ, ਐਸਾ ਨਹੀਂ। ਅਸਲ 'ਚ ਲਾਭ ਮਨੁੱਖ ਲੈਣਾ ਹੀ ਨਹੀਂ ਚਾਹੁੰਦਾ, ਕਿਰਪਾ ਦਾ ਪਾਤਰ ਮਨੁੱਖ ਬਣਨਾ ਹੀ ਨਹੀਂ ਚਾਹੁੰਦਾ, ਇਹ ਕੁਝ ਹੋਰ ਚਾਹੁੰਦਾ ਹੈ। ਇਹਦਾ ਮਨ ਹਜੇ ਤੇ ਕਿਰਪਾ ਨਹੀਂ ਚਾਹੁੰਦਾ, ਹੋਰ ਕੁਝ ਚਾਹੁੰਦਾ ਹੈ। ਹਜੇ ਦੁਨੀਆ ਦੇ ਰੰਗ ਤਮਾਸ਼ਿਆਂ ਵਿੱਚ ਮਨ ਜ਼ਿਆਦਾ ਲੱਗਦਾ, ਹਿਰਦਾ ਸਾਫ਼ ਨਹੀਂ ਹੈ, ਗੁਰੂ ਦੀ ਬਾਣੀ ਅੰਦਰ ਨਹੀਂ ਟਿਕਦੀ। ਇਸ ਕਰਕੇ ਚੁੱਪ ਸ਼ਾਂਤੀ ਨਾਲ ਆਉਂਦਾ, ਭੱਜਾ ਭੱਜਾ ਹੀ ਆਉਂਦਾ, ਭੱਜਾ ਹੀ ਫਿਰਦਾ ਹੈ। ਨਾ ਦਿਨੇ ਚੈਨ ਹੈ, ਨਾ ਰਾਤ ਨੂੰ ਚੈਨ ਹੈ। ਉਧਰ ਬਾਹਰ ਵੀ ਕਲੇਸ਼ ਚੱਲਦਾ ਹੈ, ਮਨ ਵਿੱਚ ਵੀ ਕਲੇਸ਼ ਚਲੀ, ਸ਼ਾਂਤੀ ਹੈ ਹੀ ਨਹੀਂ। ਅੱਜ ਦੇ ਸਮੇਂ ਦੇ ਵਿੱਚ ਜਿੰਨੀਆਂ ਆਤਮ ਹੱਤਿਆਵਾਂ ਵਧੀਆਂ ਨੇ, ਇੰਨੀਆਂ ਜਦੋਂ ਲੋਕਾਂ ਦੇ ਕੋਲ ਪਾਉਣ ਲਈ ਕੱਪੜੇ ਨਹੀਂ ਸੀ ਆਉਂਦੇ, ਉਦੋਂ ਨਹੀਂ ਸਨ। ਇੱਕ ਪਰਿਵਾਰ ਦੇ ਅੰਦਰ 40 ਜੀ ਰਹਿੰਦੇ ਸੀ, ਸਾਰੇ ਰੋਟੀ ਖਾਂਦੇ ਸੀ, ਸਾਰੇ ਖੁਸ਼ ਸੀ। ਅੱਜ ਇੱਕ ਘਰ ਦੇ ਵਿੱਚ 2 ਜੀ ਨੇ, ਦੋਵੇਂ ਇਕੱਠੇ ਨਹੀਂ ਰਹਿੰਦੇ। 40 ਰਹਿੰਦੇ ਸਨ, ਇੱਕੋ ਹੀ ਕੱਪੜੇ ਪਾਉਂਦੇ ਸਨ, 6 ਮਹੀਨੇ ਇੱਕ 2 ਸੂਟ ਪਾਉਣੇ। ਹੁਣ ਨਿੱਤ ਦੇ ਮਹੀਨੇ ਵਿੱਚ 2-4 ਸੂਟ ਵੀ ਲੈ ਲੈਂਦਾ। ਖਾਣਾ ਪੀਣਾ ਵੀ ਬਹੁਤ ਹੈ, ਪਰੇਸ਼ਾਨੀ ਤੇ ਨਹੀਂ ਖਤਮ ਹੋਈ। ਇਹਦਾ ਮਤਲਬ ਇਹ ਹੈ ਪਦਾਰਥਾਂ ਨਾਲ ਪਰੇਸ਼ਾਨੀ ਮੁੱਕਣੀ ਵੀ ਨਹੀਂ। ਇਹ ਵੀ ਸੁਣ, ਇਹ ਤੇ ਪਰੇਸ਼ਾਨੀ ਮਹਾਰਾਜ ਕਹਿੰਦੇ ਨੇ, ਨਾਨਕ ਭੁੱਖਾ ਤਾਂ ਰਜੈ, ਗੁਣ ਕਹਿ ਗੁੜੀ ਸਮਾਏ। ਮਨ ਭੁੱਖਾ ਹੈ, ਇਹ ਮਨ ਭੁੱਖਾ ਮਤ ਕਰੇ, ਭੁੱਖਾ ਮਤ ਕਰ। ਭੁੱਖਿਆਂ ਭੁੱਖ ਨਾ ਉਤਰੀ। ਜੇ ਤੂੰ ਸੋਚੇ ਵੱਧ ਤੋਂ ਵੱਧ ਪਦਾਰਥ ਇਕੱਠੇ ਜੋੜ ਲਵਾਂ ਤੇ ਮੇਰੇ ਮਨ ਦੀਆਂ ਚਿੰਤਾਵਾਂ ਮੁੱਕ ਜਾਣਗੀਆਂ, ਨਹੀਂ ਮੁੱਕਣਗੀਆਂ। ਇਹ ਤੇ ਉਦਣ ਮੁੱਕਣਗੀਆਂ ਜਿੱਦਣ ਗੁਰੂ ਦੇ ਸ਼ਬਦ ਦੇ ਨਾਲ, ਗੁਰਬਾਣੀ ਦੇ ਨਾਲ ਪਿਆਰ ਪੈ ਜਾਏਗਾ। ਪਾਰ ਬ੍ਰਹਮ ਸੁਨ ਕੈ ਗੁਣ ਖਾਨੀ, ਕਿਰਪਾ ਦ੍ਰਿਸ਼ਟ ਪਿਖ ਬੋਲੇ ਬਾਨੀ। ਇਹ ਗੁਣ ਸੁਣ ਕੇ ਵੀ ਮੇਰਾ ਮਹਾਰਾਜ, ਮੇਰਾ ਮਨ ਜਿਹੜਾ ਦੁਨੀਆ ਦੇ ਤਮਾਸ਼ਿਆਂ ਵਿੱਚ ਲੱਗਦਾ, ਉਹਦੀ ਮੂਲਾ ਕੀੜ ਦੀ ਗੱਲ ਸੁਣ ਕੇ ਮੇਰੇ ਗੁਰੂ ਸਾਹਿਬ ਉਹਨੂੰ ਹੱਲ ਦੱਸਣ ਲੱਗੇ ਨੇ
ਵੀ ਇਹਦਾ ਹੱਲ ਕੀ ਹੈ। ਪੂਰਬ ਜੁਗ ਜੋ ਬੀਤ ਗਏ ਹੈ, ਤਿਨ ਮੈਂ ਭੂਪ ਅਨੇਕ ਭਏ ਹੈ। ਮਹਾਰਾਜ ਕਹਿੰਦੇ ਮੂਲਾ ਜੀ, ਪਹਿਲਾਂ ਧਿਆਨ ਮਾਰ, ਪਿਛਲੇ ਜਿੰਨੇ ਵੀ ਯੁੱਗ ਬੀਤੇ ਨੇ ਨਾ, ਉਹਨਾਂ ਵਿੱਚ ਬੜੇ ਵੱਡੇ ਵੱਡੇ ਰਾਜੇ ਹੋਏ, ਤੇ ਉਹ ਰਾਜੇ ਕੀ ਕਰਮ ਕਰਿਆ ਕਰਦੇ ਸੀ। ਮਨ ਚੰਚਲ ਵੇਸਵਾ ਜਪ ਪੇਕੀ, ਕਾਮ ਕੇਲ ਹਵਾ ਚਾਏ ਵਿਸੇਖੀ। ਜਿਹੜੇ ਰਾਜੇ ਹੁੰਦੇ ਸੀ 100 ਰਾਣੀਆਂ ਹੁੰਦੀਆਂ ਸੀ 200। ਕਹਿੰਦੇ ਸਾਰਾ ਦਿਨ ਉਹਨਾਂ ਦੀ ਜਿਹੜੀ ਦ੍ਰਿਸ਼ਟੀ ਸੀ ਉਹ ਕਾਮ ਦੇ ਵਿੱਚ ਹੀ ਡਿੱਗੀ ਰਹਿੰਦੀ ਸੀ। ਰੋਕਿਓ ਰੁਕਤ ਨਾ ਕਿਸੂ ਪ੍ਰਕਾਰਾ, ਮਿਲਤੇ ਆਪਨ ਜਨਮ ਜਗ ਹਾਰਾ। ਮਨ ਦੇ ਵਿੱਚ ਮਾੜੇ ਵਿਚਾਰ ਚੱਲਦੇ ਰਹਿੰਦੇ ਸੀ, ਚੱਲਦੇ ਰਹਿੰਦੇ ਸਨ। ਬੜੇ ਬੜੇ ਰਾਜੇ ਸੀ, ਲੋਕਾਂ ਦੀਆਂ ਧੀ ਭੈਣਾਂ ਹੀ ਚੁੱਕ ਕੇ ਲੈ ਜਾਂਦੇ ਸੀ। ਇੱਥੇ ਜਦੋਂ ਬਾਬਾ ਬੰਦਾ ਸਿੰਘ ਜੀ ਤਰੌੜੀ ਆਏ, ਆ ਜਿਹੜਾ ਕਿਲ੍ਹਾ 3-4 ਸਾਲ ਇਹ ਕਿਲ੍ਹੇ ਤੇ ਸਿੱਖਾਂ ਦਾ ਰਾਜ ਰਿਹਾ। ਇੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਅਮੀਨ ਦਾ ਜੰਗ ਜਿੱਤਿਆ, ਜਿੱਥੇ ਭੋਰਾ ਸਾਹਿਬ ਦਾ ਸਥਾਨ ਹੈ, ਇੱਥੇ ਸ਼ਹੀਦ ਸਿੰਘਾਂ ਦਾ ਸੰਸਕਾਰ ਵੀ ਕੀਤਾ। ਇਹ ਬੜਾ ਸ਼ਹੀਦਾਂ ਦਾ ਵੀ ਸਥਾਨ ਹੈ। ਇਹ ਤਰਾਵੜੀ ਦੀ ਧਰਤੀ ਜਿੱਥੇ ਅਸੀਂ ਬੈਠੇ ਹਾਂ, ਇੱਥੇ ਅਮੀਨ ਦੀ ਲੜਾਈ ਦੇ ਵਿੱਚ ਜਿਹੜੀ ਜੰਗ ਹੋਈ, ਇੱਥੋਂ ਦਾ ਰਾਜਾ ਬੜਾ ਲੋਕਾਂ ਨੂੰ ਤੰਗ ਕਰਿਆ ਕਰਦਾ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨੂੰ ਜਿੱਤਿਆ, ਆਪਣੇ ਫਾਇਦੇ ਲਈ ਨਹੀਂ, ਲੋਕਾਂ ਦੀਆਂ ਪੁਕਾਰਾਂ ਸੁਣ ਕੇ। ਤੇ ਉੱਥੇ ਜਿਹੜੇ ਲੜਾਈ ਵਿੱਚ ਸਿੰਘ ਸ਼ਹੀਦ ਹੋਏ, ਯੁੱਧ ਵਿੱਚ ਜਿਹੜੇ ਸ਼ਹੀਦ ਹੋਏ, ਉਹਨਾਂ ਦਾ ਸੰਸਕਾਰ ਜਿੱਥੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਰੱਖਿਆ ਸ਼ੁਭਾਇਮਾਨ ਹੋਇਆ, ਉਹਦੇ ਨਾਲ ਹੀ ਇੱਥੇ ਫਿਰ ਸਿੰਘਾਂ ਦਾ ਸੰਸਕਾਰ ਹੋਇਆ। ਤੇ ਜਿਹੜਾ ਕਿਲ੍ਹਾ ਸੀ ਤੱਕਦੇ ਆ ਬਾਹਰ, ਇੱਥੇ ਵੀ 2-3 ਸਾਲ ਫਿਰ ਸਿੰਘਾਂ ਨੇ ਕਬਜ਼ਾ ਰੱਖਿਆ। ਤੇ ਇੱਥੇ ਇੱਕ ਨੇੜੇ ਪਿੰਡ ਸੀ ਲਾਡਵੇ ਤੋਂ ਪਰਾਂ, ਸ਼ਾਹਬਾਦ ਤੋਂ ਅੱਗੇ ਜਾ ਕੇ, ਉੱਥੋਂ ਦਾ ਕਪੂਰੀ ਦਾ ਨਵਾਬ ਇਹ ਕਰਮ ਕਰਿਆ ਕਰਦਾ ਸੀ, ਲੋਕਾਂ ਦੀਆਂ ਧੀ ਭੈਣਾਂ ਹੀ ਚੁੱਕ ਕੇ ਲੈ ਜਾਂਦਾ ਸੀ। ਇਹ ਰਾਜਿਆਂ ਦੇ ਕਰਮ ਹੀ ਐਸੇ ਸੀ। ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨੂੰ ਜਾ ਕੇ ਨੱਥ ਪਾਈ, ਉਹਨੂੰ ਫਿਰ ਵਹਿੜਕਿਆਂ ਪਿੱਛੇ ਪਾ ਕੇ ਭਜਾਇਆ ਤੇ ਲੋਕਾਂ ਦੀ ਉਦੋਂ ਜਿੰਦ ਛਡਾਈ ਉੱਥੋਂ। ਤੇ ਮਹਾਰਾਜ ਨੂੰ ਕਹਿ ਰਹੇ ਨੇ, ਮੂਲਾ ਕੀੜ, ਰਾਜਿਆਂ ਦਾ ਕਰਮ ਹੁੰਦਾ ਸੀ, ਮਾੜੇ ਕਰਮ ਸੋਚੀ ਜਾਂਦੇ ਸਨ, ਮਾੜੀ ਦ੍ਰਿਸ਼ਟੀ ਰੱਖਦੇ ਸਨ, ਉਹਨਾਂ ਦਾ ਮਨ ਕਦੀ ਵੀ ਸ਼ਾਂਤ ਨਾ ਹੋਇਆ। ਧਰਮ ਛੀਨ ਹੋਏ ਪਾਏ ਸਜਾਈ, ਪਰਿਓ ਨਰਕ ਮਹਿ ਬਹੁ ਬਿਲ ਲਾਈ। ਇਸ ਕਰਮ ਦੇ ਨਾਲ ਹੁੰਦਾ ਕੀ ਸੀ? ਕਹਿੰਦੇ ਧਰਮ ਉਹਨਾਂ ਦੇ ਅੰਦਰੋਂ ਚਲਿਆ ਜਾਂਦਾ। ਜਿਉਂ-ਜਿਉਂ ਮਨੁੱਖ ਲੋਭੀ ਹੁੰਦਾ ਜਾਏਗਾ, ਧਰਮ ਤੇ ਖਤਮ ਹੋ ਜਾਏਗਾ। ਧਰਮ ਦਾ ਮਤਲਬ ਕੀ ਹੈ? ਪਿਤਾ ਨੂੰ ਪਿਤਾ ਨਹੀਂ ਸਮਝੇਗਾ, ਮਾਤਾ ਨੂੰ ਮਾਤਾ ਨਹੀਂ ਸਮਝੇਗਾ। ਐਸਾ ਧਰਮ ਹੋਏਗਾ, ਮਾਤਾ ਪਿਤਾ ਦਾ ਆਦਰ ਹੀ ਨਹੀਂ ਕਰੇਗਾ। ਜਦੋਂ ਕੋਈ ਮਨੁੱਖ ਮਾਤਾ ਪਿਤਾ ਦਾ, ਆਪਣੇ ਵੱਡੇ ਬਜ਼ੁਰਗਾਂ ਦਾ ਆਦਰ ਛੱਡ ਦੇ, ਇਹਦਾ ਮਤਲਬ ਅਸਲ ਇੱਕੋ ਹੀ ਹੈ, ਇਹਦੇ ਅੰਦਰੋਂ ਧਰਮ ਤੇ ਇਹਦੇ ਅੰਦਰ ਹੈ ਨਹੀਂ। ਇਹ ਭਾਵੇਂ ਉੱਤੋਂ ਜੋ ਮਰਜ਼ੀ ਕਰੀ ਫਿਰੇ, ਧਰਮ ਨਹੀਂ ਹੈ ਇਹਦੇ ਅੰਦਰ। ਕਿਉਂਕਿ ਜਿਹਦੇ ਅੰਦਰ ਧਰਮ ਹੁੰਦਾ ਹੈ, ਉਹਦੇ ਅੰਦਰ ਦਇਆ ਹੁੰਦੀ ਹੈ। ਅੱਜ ਕੱਲ੍ਹ ਵੇਖਦੇ ਹਾਂ, ਜੋ ਮਨੁੱਖ ਲੋਭੀ ਹੋਈ ਜਾਂਦਾ ਹੈ, ਕਹਿੰਦਾ ਇਕੱਲੇ ਹੀ ਰਵਾਂਗੇ, ਮਾਂ ਬਾਪ ਨੂੰ ਅੱਡ। ਹੁਣ ਵੇਖਦੇ ਹਾਂ ਮੋਬਾਈਲਾਂ ਦੇ ਉੱਤੇ ਇਹ ਵੀਡੀਓ ਆਉਂਦੀਆਂ ਨੇ। ਕੱਲ੍ਹ ਮੈਂ ਤੱਕ ਰਿਹਾ ਸੀ, ਇੱਕ ਬੱਚੇ ਨੇ ਆਪਣੇ ਮਾਂ ਬਾਪ ਨੂੰ ਘਰੋਂ ਕੱਢ ਦਿੱਤਾ। ਉਹ ਗਰਮੀ ਦੇ ਵਿੱਚ ਬਾਹਰ ਹੀ ਬੈਠੇ ਨੇ ਕੁਰਸੀਆਂ ਨਾਲ, ਨਾਲੇ ਰੋ ਰਹੇ ਨੇ। ਕਹਿੰਦੇ ਇਹਦੇ ਵਾਸਤੇ ਇਹਨੂੰ ਜਨਮ ਦਿੱਤਾ ਸੀ। ਪਰ ਮੈਂ ਕਹਿੰਦਾ ਬੱਚਿਆਂ ਦਾ ਤਾਂ ਕਸੂਰ ਹੈਗਾ ਹੀ ਹੈ, ਜਿੰਨਾ ਹੈਗਾ ਮਾਂ ਬਾਪ ਦਾ ਵੀ ਕਸੂਰ ਹੈ। ਜੇ ਉਦੋਂ ਕਿਤੇ ਗੁਰੂ ਦੀ ਬਾਣੀ ਦੇ ਨਾਲ, ਪਰਮਾਤਮਾ ਦੇ ਨਾਲ ਜੋੜਿਆ ਹੁੰਦਾ, ਪਰਮਾਤਮਾ ਦੀ ਸਿੱਖਿਆ ਦਿੱਤੀ ਹੁੰਦੀ, ਉਹਦਾ ਨਾਮ ਜਪਾਇਆ ਹੁੰਦਾ, ਘੱਟੋ ਘੱਟ ਇੰਨਾ ਕਰਮ ਤੇ ਉਹ ਨਾ ਕਰਦੇ। ਹੋਰ ਭਾਵੇਂ ਲੜਾਈ ਝਗੜਾ ਕਰ ਲੈਂਦੇ, ਇਹ ਕਰਮ ਨਹੀਂ ਸੀ ਉਹਨਾਂ ਕਰਦੇ। ਅੱਜ ਦੀ ਮਾਤਾ ਪਿਤਾ ਮੈਂ ਵੇਖਦਾ ਕਿੱਥੇ ਬੱਚਿਆਂ ਨੂੰ ਗੁਰੂ ਦੇ ਨਾਲ ਜੋੜਦੇ ਨੇ, ਕਿੱਥੇ ਉਹਨਾਂ ਨੂੰ ਰੱਬ ਦੀਆਂ ਕਹਾਣੀਆਂ, ਪਰਮਾਤਮਾ ਦੀਆਂ, ਚੰਗੇ ਪੁਰਸ਼ਾਂ ਦੀਆਂ ਕਹਾਣੀਆਂ ਕੌਣ ਸੁਣਾਉਂਦਾ ਹੈ? ਪਹਿਲਾਂ ਦਾਦੀਆਂ ਹੁੰਦੀਆਂ ਸਨ, ਸੁਣਾਉਂਦੀਆਂ ਸਨ ਬੱਚਿਆਂ ਨੂੰ, ਮਹਾਰਾਜ ਦੀਆਂ ਸਾਖੀਆਂ ਸੁਣਾਉਣੀਆਂ, ਮਾਵਾਂ ਨੇ ਆਪ ਯਾਦ ਕਰਨੀਆਂ, ਬਾਣੀ ਆਪ ਪੜ੍ਹਨੀ। ਆ ਭਾਈ ਤਾਰੂ ਸਿੰਘ ਜੀ ਸਨ, ਉਹਨਾਂ ਦੀ ਮਾਤਾ ਨੇ ਉਹਨਾਂ ਨੂੰ ਸੰਥਿਆ ਦਿੱਤੀ, ਉਹਨਾਂ ਦੀ ਭੈਣ ਨੂੰ ਵੀ ਨਾਲ ਸੰਥਿਆ ਦਿੱਤੀ ਉਹਨਾਂ ਦੀ ਮਾਤਾ ਨੇ। ਕਿੱਡੀਆਂ ਬਲਵਾਨ ਬੀਬੀਆਂ ਸਨ। ਸੋ ਇਸ ਕਰਕੇ ਮਾਤਾ ਪਿਤਾ ਜੇ ਆਪਣੇ ਬੱਚਿਆਂ ਨੂੰ ਸੰਥਿਆ ਦੇਣਗੇ, ਇਤਿਹਾਸ ਦੀਆਂ ਗੱਲਾਂ ਸੁਣਾਉਣਗੇ, ਬੱਚੇ ਬਾਗੀ ਨਹੀਂ ਹੁੰਦੇ। ਬੱਚੇ ਬਾਗੀ ਉਦੋਂ ਹੁੰਦੇ ਨੇ, ਫਿਲਮ ਤੇ ਉਹਨਾਂ ਨੂੰ 4-4 ਵਿਖਾ ਦੇਣੀ ਹੈ ਮਹੀਨੇ ਵਿੱਚ। ਚਲੋ ਅੱਜ ਬਾਹਰ ਚੱਲਦੇ ਹਾਂ, ਕਦੀ ਗੁਰੂ ਦੀ ਗੱਲ ਨਹੀਂ ਸੁਣਾਈ। ਗੁਰੂ ਦੀ ਬਾਤਾਂ ਜੇ ਸੁਣਾਈਏ, ਬੱਚੇ ਕਦੇ ਵੀ ਐਸੇ ਮਾੜੇ ਕਰਮਾਂ ਤੋਂ ਨਹੀਂ ਕਰਨਗੇ। ਯਾਤੇ ਤੇ ਕੋ ਦੇਖੈ ਨਾਹੀ, ਸਮਾ ਬਤਾਵੇ ਸਤ
ਸੰਗ ਮਾਹੀ। ਮਹਾਰਾਜ ਇਸ ਕਰਕੇ ਕਹਿੰਦੇ ਮੂਲਾ ਕੀੜ ਜੀ ਇੱਕ ਗੱਲ ਯਾਦ ਰੱਖੀ, ਜ਼ਿੰਦਗੀ ਵਿੱਚ ਤਮਾਸ਼ੇ ਨਾ ਵੇਖੀ ਕਦੇ। ਜੇ ਜ਼ਿੰਦਗੀ ਦੇ ਰੰਗ ਰੂਪਾਂ ਵਿੱਚ ਪੈ ਗਿਆ, ਫਿਲਮਾਂ ਨਾਟਕ ਵੇਖਣ ਲੱਗ ਗਿਆ, ਤੇਰੀ ਜ਼ਿੰਦਗੀ ਆਪ ਤਮਾਸ਼ਾ ਬਣ ਜਾਣੀ ਹੋ ਗਈ ਹੈ ਤਮਾਸ਼ਾ। ਮੈਂ ਤੇ ਕੱਲ ਵੀ ਆਪ ਜੀ ਨੂੰ ਬੇਨਤੀ ਕਰ ਰਿਹਾ ਸੀ, ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਦੇਖਣ ਆਇਓ ਜਗਤ ਤਮਾਸ਼ਾ। ਅੱਜ ਕੱਲ ਤੇ ਬੰਦਾ ਆਪਣਾ ਹੀ ਤਮਾਸ਼ਾ ਵਿਖਾ ਰਿਹਾ ਹੈ। ਹੋਰ ਤੇ ਵੇਖਣਾ ਤੇ ਕੀ ਸੀ ਦੁਨੀਆ ਦਾ ਤਮਾਸ਼ਾ, ਇਹ ਤੇ ਵੇਖਣ ਆਇਆ ਸੀ, ਇਹ ਤੇ ਵਿਖਾਉਣ ਲੱਗ ਪਿਆ ਤਮਾਸ਼ਾ। ਇਹਨੇ ਤੇ ਵੇਖਣਾ ਸੀ ਸਾਰੀ ਦੁਨੀਆ ਕੈਸੀ ਹੈ, ਕੈਸੀ ਰੱਬ ਨੇ ਦੁਨੀਆ ਪੈਦਾ ਕੀਤੀ ਹੈ, ਤੇ ਵੇਖਣੀ ਸੀ, ਇਹ ਤੇ ਆਪ ਤਮਾਸ਼ਾ ਵਿਖਾਉਣ ਲੱਗ ਪਏ। ਮਹਾਰਾਜ ਇਸ ਲਈ ਕਹਿੰਦੇ ਨੇ ਮੂਲਾ ਕੀੜ ਜ਼ਿੰਦਗੀ ਵਿੱਚ ਭੁੱਲ ਕੇ ਵੀ ਐਸਾ ਕਰਮ ਨਾ ਕਰੀ। ਫਿਰ ਮਹਾਰਾਜ ਕਰਾਂ ਕੀ? ਕਹਿੰਦੇ ਆਪਣੀ ਜ਼ਿੰਦਗੀ ਦਾ ਸਭ ਤੋਂ ਜ਼ਿਆਦਾ ਸਮਾਂ ਜਿੱਥੇ ਸੱਚੀ ਕਹਾਣੀ ਚੱਲਦੀ ਹੋਏ, ਗੁਰੂ ਦੀ ਗੱਲ ਚੱਲਦੀ ਹੋਏ, ਸਤ ਸੰਗਤ ਦੇ ਵਿੱਚ ਬਿਤਾਉਣਾ ਕਰੀ। ਖੇਲੇ ਜੂਪ ਭੂਪ ਜੇ ਹੋਏ, ਪਰੀ ਆਪਦਾ ਦਾਰਨ ਰੋਏ। ਜਿੰਨੇ ਵੀ ਵੱਡੇ ਰਾਜੇ ਹੋਏ ਜੂਆ ਖੇਡਦੇ ਸੀ। ਜਦੋਂ ਜੂਆ ਖੇਡਦੇ ਸੀ ਫਸ ਜਾਂਦੇ ਸੀ, ਫਿਰ ਰੋਇਆ ਕਰਦੇ ਸਨ। ਇਨ ਕੋ ਤਿਆਗੇ ਜੋ ਸਿੱਖ ਹੋਏ, ਸੁਖ ਪਾਵਹਿ ਮਾਨਹਿ ਬਚ ਜੋਏ। ਮਹਾਰਾਜ ਜੀ ਕਹਿੰਦੇ ਜੂਆ ਖੇਡਣਾ, ਤਾਸ਼ ਖੇਡਣਾ, ਇਹਨਾਂ ਚੀਜ਼ਾਂ ਨੂੰ ਛੱਡ ਦੇਣਾ ਚਾਹੀਦਾ। ਜਿਹੜੇ ਲੋਕ ਇਹਨਾਂ ਨੂੰ ਖੇਡਦੇ ਨੇ ਬੜਾ ਦੁੱਖ ਪਾਉਂਦੇ ਨੇ। ਆਪਾਂ ਵੇਖਦੇ ਹਾਂ ਕਿ ਇੱਥੇ ਇੱਕ ਜੂਏ ਦੀ ਖੇਡ ਚੱਲੀ। ਯੁਧਿਸ਼ਟਰ ਜੀ ਜੂਆ ਖੇਡ ਰਹੇ ਸਨ, ਸ਼ਕੂਨੀ ਨਾਲ ਲੱਗਿਆ ਹੋਇਆ ਸੀ ਜੂਆ ਖਿਡਾਉਣ ਤੇ। ਖੇਡਦਿਆਂ ਇੰਨੇ ਫਸ ਗਏ ਯੁਧਿਸ਼ਟਰ ਜੀ, ਚਲਦਿਆਂ ਘਰ ਦੀ ਜੋਰੂ ਗਵਾ ਦਿੱਤੀ, ਆਪਣੀ ਇਸਤਰੀ ਨੂੰ ਵੀ ਦਾਅਵ ਤੇ ਲਾ ਦਿੱਤਾ, ਘਰ ਲਾਇਆ, ਰਾਜ ਲਾਇਆ। ਉਹਦਾ ਕਾਰਨ ਕੀ ਬਣਿਆ? ਇੱਕ ਜੂਏ ਤੋਂ ਚੱਲੀ ਹੋਈ ਮਹਾਭਾਰਤ। ਜੇ ਆਪਾਂ ਤੱਤ ਕੱਢੀਏ ਮਹਾਭਾਰਤ ਦਾ ਤੱਤ ਕੀ ਸੀ? ਜੂਆ ਨਹੀਂ ਖੇਡਣਾ ਚਾਹੀਦਾ। ਜਿਹੜਿਆਂ ਨੇ ਮਹਾਭਾਰਤ ਵੇਖੀ ਹੈ, ਮਹਾਭਾਰਤ ਦਾ ਪਾਠ ਸੁਣਿਆ, ਉਹਨਾਂ ਨੂੰ ਇੱਕ ਸਬਕ ਤੇ ਲੈਣਾ ਚਾਹੀਦਾ, ਜ਼ਿੰਦਗੀ ਵਿੱਚ ਜੂਆ ਨਹੀਂ ਖੇਡਣਾ ਚਾਹੀਦਾ। ਜ਼ਿੰਦਗੀ ਵਿੱਚ ਜੂਏ ਤੋਂ ਦੂਰ ਰਹਿਣਾ ਚਾਹੀਦਾ। ਐਸਾ ਜੂਆ ਫਸਿਆ ਕੁਰਸ਼ੇਤਰ ਦੇ ਵਿੱਚ ਮਹਾਭਾਰਤ ਹੋਈ, ਫਿਰ ਐਸੀ ਮਹਾਭਾਰਤ ਹੋਈ, ਭਰਾਵਾਂ ਤੋਂ ਭਰਾ ਮਾਰੇ ਗਏ, ਤਾਏ ਚਾਚੇ ਮਾਰੇ ਗਏ ਭਤੀਜਿਆਂ ਤੋਂ। ਐਸੀ ਮਹਾਭਾਰਤ ਜੂਏ ਦੇ ਨਾਲ ਹੋ ਗਈ। ਅਬ ਆਇਓ ਕਲਯੁਗ ਕੋ ਕਾਲਾ, ਗੁਰ ਸਿੱਖੀ ਪ੍ਰਗਟਾਈ ਚਾਲਾ। ਮਹਾਰਾਜ ਜੀ ਕਹਿੰਦੇ ਨੇ ਹੁਣ ਕਲਯੁਗ ਦਾ ਸਮਾਂ ਆ ਗਿਆ ਹੈ। ਗੁਰੂ ਸਾਹਿਬ ਨੇ ਗੁਰਸਿੱਖਾਂ ਵਾਸਤੇ ਨਿਰਾਲੀ ਚਾਲ ਬਣਾਈ ਹੈ, ਪਰਮਾਤਮਾ ਦੀ ਭਗਤੀ ਰੂਪੀ ਬੇੜੀ ਤਿਆਰ ਕਰ ਦਿੱਤੀ ਹੈ। ਸ਼ਬਦ ਪ੍ਰੇਮ ਕਰਕੇ ਮੁਖ ਗਾਵੇ, ਧਰਮ ਕ੍ਰਿਤ ਕਰਕੇ ਵੰਡ ਖਾਵੇ। ਗੁਰੂ ਦਾ ਸ਼ਬਦ, ਗੁਰੂ ਦੀ ਬਾਣੀ ਪ੍ਰੇਮ ਨਾਲ ਸੁਣੇ, ਵਾਹਿਗੁਰੂ ਮੁਖ ਵਿੱਚੋਂ ਕਹਿੰਦਾ ਰਹੇ। ਜਿੰਨੇ ਵੀ ਕਿਰਤ ਕਰੇ, ਕਿਰਤ ਕਰਕੇ ਵੰਡ ਕੇ ਛਕਣੀ ਚਾਹੀਦੀ ਹੈ। ਗੁਰ ਸਿੱਖਨ ਕੀ ਸੇਵਾ ਕਰਹੀ, ਭਾਉ ਧਾਰ ਔਰ ਚਰਨ ਪਕਰਹੀ। ਕਹਿੰਦੇ ਮਹਾਰਾਜ ਨੂੰ ਕਹਿਣ ਲੱਗੇ ਮੂਲਾ ਜੀ ਕਲਯੁਗ ਦਾ ਸਮਾਂ ਐਸਾ ਹੈ, ਜਿਹੜਾ ਕੋਈ ਗੁਰੂ ਦਾ ਸਿੱਖ ਮਿਲੇ, ਕੋਈ ਸੰਤ ਮਿਲੇ, ਕੋਈ ਭਗਤ ਮਿਲੇ, ਉਹਦੀ ਸੇਵਾ ਕਰਨੀ ਚਾਹੀਦੀ ਹੈ। ਉਹਦੇ ਕੋਲ ਬੈਠ ਕੇ ਗੁਰੂ ਦੇ ਬਚਨ ਸੁਣਨੇ ਚਾਹੀਦੇ ਹਨ। ਨਗਨ ਬਸਤਰ ਦੇ ਭੋਜਨ ਭੁੱਖਾ, ਸ਼ਬਦ ਵਿਚਾਰ ਲਹਿ ਔਰ ਸੁਖਾ। ਜੇ ਉਹਦੇ ਕੋਲ ਜਾਓ, ਕਹਿੰਦੇ ਉਹਨੂੰ ਬਸਤਰ ਦੇਣੇ ਚਾਹੀਦੇ ਹਨ। ਜੇ ਉਹਨੂੰ ਰੋਟੀ ਦੀ ਲੋੜ ਹੈ, ਰੋਟੀ ਛਕਾਉਣੀ ਚਾਹੀਦੀ ਹੈ। ਇਹਦੇ ਨਾਲ ਜ਼ਿੰਦਗੀ ਸਫਲ ਹੁੰਦੀ ਹੈ। ਤੇ ਨਾਲ ਦੀ ਨਾਲ ਉਹਦੇ ਕੋਲੋਂ ਗੁਰੂ ਦੀਆਂ ਬਾਤਾਂ ਸੁਣ ਕੇ ਜੀਵਨ ਸਫਲ ਕਰਨਾ ਚਾਹੀਦਾ ਹੈ। ਸੁਣ ਸ੍ਰੀ ਗੁਰ ਉਪਦੇਸ਼ ਅਸਰਿ ਦੇ, ਧਾਰ ਦਿੱਤ ਸੋਏ। ਇਹ ਗੁਰੂ ਜੀ ਦਾ ਐਸਾ ਉਪਦੇਸ਼ ਸੁਣਿਆ, ਕਹਿਣ ਲੱਗਾ ਸੱਚੇ ਪਾਤਸ਼ਾਹ ਤੁਹਾਡੀ ਕਹੀ ਹੋਈ ਗੱਲ ਅੱਜ ਮੈਂ ਆਪਣੇ ਹਿਰਦੇ ਦੇ ਵਿੱਚ ਦ੍ਰਿੜ ਕਰ ਲਈ ਹੈ। ਇਸ ਪ੍ਰਕਾਰ ਕਰਨੇ ਲਗਿਓ, ਮਹਾ ਪ੍ਰੇਮ ਮੈਂ ਹੋਏ। ਜਿਸ ਭਾਂਤੀ ਜਿਸ ਪ੍ਰਕਾਰ ਦੇ ਨਾਲ ਗੁਰੂ ਜੀ ਨੇ ਦੱਸਿਆ, ਉਸੇ ਪ੍ਰਕਾਰ ਦੇ ਨਾਲ ਉਹ ਉਸ ਤਰੀਕੇ ਨਾਲ ਆਪਣੀ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿੱਤੀ। ਜੋ ਭੁੱਖਾ ਭੋਜਨ ਤੇ ਦੇਈ, ਨਗਨ ਦੇਖ ਕਰ ਬਸਤਰ ਉਡੇਹੀ। ਉਹਨੇ ਐਸੀ ਮੂਲਾ ਕੀੜ ਨੇ ਐਸੀ ਜ਼ਿੰਦਗੀ ਬਣਾ ਲਈ, ਜੇ ਕੋਈ ਭੁੱਖਾ ਵਿਕਦਾ ਸੀ ਉਹਨੂੰ ਰੋਟੀ ਛਕਾ ਦਿੰਦਾ ਸੀ, ਕੋਈ ਨਗਨ ਵਿਕਦਾ ਸੀ ਉਹਨੂੰ ਬਸਤਰ ਦੇ ਦਿਆ ਕਰਦਾ ਸੀ। ਸਿੱਧ ਸਾਧ ਤੇ ਘਰ ਬਹੁ ਆਵਹਿ, ਰੈਨ ਬਸੇਰਾ ਕਰ ਪੁਨ ਜਾਵਹਿ।
ਐਸਾ ਮਹਾਨ ਕ੍ਰੇਤ ਹੋਈ, ਉਹਦੇ ਘਰ ਸਾਧੂ ਸੰਤਾਨ ਲੱਗ ਪਏ। ਹੁਣ ਜਿਨ੍ਹਾਂ ਦੇ ਘਰ ਨਾਮ ਜਪਣ ਵਾਲੇ, ਬਾਣੀ ਪੜ੍ਹਨ ਵਾਲੇ ਹੋਣ ਲੱਗ ਜਾਣ, ਉਹ ਵੈਸੇ ਹੀ ਕਰਮ ਬਦਲ ਜਾਂਦੇ ਨੇ। ਕਹਿੰਦੇ ਉਹਦੇ ਘਰ ਬਾਣੀ ਪੜ੍ਹਨ ਵਾਲੇ, ਨਾਮ ਜਪਣ ਵਾਲੇ ਆਉਣ ਲੱਗ ਪਏ। ਰਾਤ ਨੂੰ ਰਿਹਾ ਕਰਦੇ ਸੀ, ਸਵੇਰੇ ਚਲੇ ਜਾਂਦੇ ਸਨ। एक दिवस एक पंचक आयो, तन में सिख को भेख बनायो। ਇੱਕ ਦਿਨ ਕੀ ਹੋਇਆ, ਇੱਕ ਮਨੁੱਖ ਆਇਆ, ਸਿੱਖੀ ਦਾ ਭੇਖ ਉੱਤੇ ਬਣਾਇਆ ਹੋਇਆ ਸੀ, ਪਰ ਹੈ ਉਹ ਠੱਗ ਸੀ। ਠੱਗ ਲੈਂਦੇ ਨੇ ਮਨੁੱਖ। ਉੱਤੇ ਰੱਬ ਦਾ ਭੇਖ ਬਣਾਇਆ ਹੁੰਦਾ, ਮੁੱਖ ਦੇ ਵਿੱਚ ਰਾਮ ਰਾਮ ਹੁੰਦਾ, ਬਗਲ ਵਿੱਚ ਛੁਰੀ ਹੁੰਦੀ ਹੈ। ਉੱਤੇ ਰੱਬ ਦਾ ਸਾਰਾ ਭੇਖ ਬਣਾਇਆ ਹੋਇਆ ਹੈ। ਉਹ ਠੱਗ ਸੀ ਤੇ ਆਪਣੇ ਆਪ ਨੂੰ ਗੁਰੂ ਨਾਨਕ ਦਾ ਸਿੱਖ ਕਹਿੰਦਾ ਸੀ। ਬਾਣੀ ਕੰਠ ਪੜੈ ਕਰ ਪ੍ਰੀਤਾ, ਮਨ ਲੋਭੀ ਜੇ ਮਤ ਵਿਪਰੀਤਾ। ਅਸਲ ਦੇ ਵਿੱਚ ਕਿੱਡਾ ਵੱਡਾ ਠੱਗ ਸੀ। ਸਾਰੀ ਬਾਣੀ ਯਾਦ ਕੀਤੀ ਸੀ ਮਹਾਰਾਜ ਨੇ। ਬਾਣੀ ਵੀ ਕੰਠ ਨਾਲ ਹੀ ਪੜ੍ਹਦਾ ਹੁੰਦਾ ਸੀ, ਕਿਉਂਕਿ ਬਾਣੀ ਯਾਦ ਕਰਨਾ, ਇਹ ਕਰਨਾ, ਇਹ ਤੇ ਬੁੱਧੀ ਦੀਆਂ ਖੇਡਾਂ ਨੇ। ਜਿੰਨਾ ਜਿੰਨਾ ਬੁੱਧੀ ਨੂੰ ਚਲਾਵਾਂਗੇ, ਬਾਣੀ ਵੀ ਕੰਠ ਹੋ ਜਾਏਗੀ, ਅਰਥ ਵੀ ਆ ਜਾਣਗੇ, ਨਾਲ ਨਾਲ ਹੰਕਾਰ ਵੀ ਆ ਜਾਏਗਾ, ਨਾਲ ਨਾਲ ਲੋਭ ਵੀ ਆ ਜਾਏਗਾ, ਮੋਹ ਵੀ ਆ ਜਾਏਗਾ। ਇਹ ਐਸੀ ਗੱਲ ਨਹੀਂ ਹੈ ਸਿਰਫ ਗੁਰਬਾਣੀ ਕੰਠ ਹੋ ਗਈ, ਨਿਤਨੇਮ ਕਰ ਲਿਆ ਤੇ ਗੱਲ ਖਤਮ ਹੋ ਗਈ। ਨਹੀਂ, ਮਹਾਰਾਜ ਕਹਿੰਦੇ ਨਿਤਨੇਮ ਜੋ ਕਹਿੰਦਾ ਉਹ ਕਰਨਾ ਪੈਣਾ ਹੈ। ਜਿਸ ਦਿਨ ਮਨੁੱਖ ਵਾਹਿਗੁਰੂ ਵਾਹਿਗੁਰੂ ਕਰਦੇ, ਉਹ ਤੋਂ ਸ਼ਬਦ ਦੇ ਜਾਪ ਦੇ ਬਿਨਾ, ਆ ਬਾਣੀ ਦੇ ਵਿੱਚ ਹੁਣ ਤੇ ਉਦਾਹਰਣ ਹੀ ਆ ਗਿਆ ਇਤਿਹਾਸ ਦੇ ਵਿੱਚ। ਜਦੋਂ ਤਾਈਂ ਮਨੁੱਖ ਸ਼ਬਦ ਜਾਪ ਨਹੀਂ ਕਰੇਗਾ, ਉਹਦੇ ਦਿਲ ਦੀ ਮੈਲ ਨਹੀਂ ਜਾਂਦੀ। ਮਹਾਰਾਜ ਤੇ ਬਾਣੀ 'ਚ ਕਹਿ ਦਿੱਤਾ ਹੈ, ਕਹਿੰਦੇ ਜੇ ਪਾਪ ਲੱਖ ਹੋਣ, ਪਾਪਾਂ ਦੀ ਮੈਲ ਹੋਏ, ਉਹ ਮੈਲ ਸ਼ਬਦ ਤੋਂ ਬਿਨਾ ਨਹੀਂ ਜਾਂਦੀ। ਜਿਉਂ-ਜਿਉਂ ਸ਼ਬਦ ਉਚਾਰਨ ਕਰੇਗਾ, ਸ਼ਬਦ ਉਚਾਰਨ ਕਰਦਿਆਂ ਕਰਦਿਆਂ ਉਹਦੇ ਮਨ ਦੇ ਵਿੱਚੋਂ ਮੈਲ ਚਲੀ ਜਾਂਦੀ ਹੈ। ਸੇਵਾ ਕਰੀ ਬੇਭਵਰੀ, ਪੁੰਨ ਮੂਲੇ ਕੀ ਨਾਰ। ਕਹਿੰਦੇ ਜਿਹੜੀ ਮੂਲੇ ਦੀ ਨਾਰ ਸੀ ਨਾ, ਮੂਲਾ ਕੀੜ ਦੀ, ਉਹਨੇ ਬੜੀ ਸੇਵਾ ਕੀਤੀ, ਬਹੁਤ ਸੇਵਾ ਉਹਦੀ ਕਰ ਰਹੀ ਸੀ। ਭੂਖਨ ਰਖੇ ਉਤਾਰ ਤੈ, ਪੰਚਕ ਲੈ ਨਿਹਾਰ। ਉਹ ਮੂਲਾ ਕੀੜ ਸੀ, ਉਹਦੇ ਕੋਲ ਗਹਿਣੇ ਬੜੇ ਸੀ, ਉਹਦੀ ਘਰ ਵਾਲੀ ਕੋਲ। ਉਹਦੀ ਘਰ ਵਾਲੀ ਨੇ ਗਹਿਣੇ ਲਾ ਕੇ ਜਦੋਂ ਰੱਖੇ, ਉਹ ਜਿਹੜਾ ਠੱਗ ਸੀ, ਨਾਲੇ ਤੇ ਸਿੱਖੀ ਦਾ ਭੇਖ ਬਣਾਇਆ ਹੋਇਆ ਸੀ, ਉਹਨੇ ਉਹ ਸਾਰੇ ਦੇ ਸਾਰੇ ਗਹਿਣੇ ਦੇਖ ਲਏ। ਸੋਏ ਰਹੇ ਜਬ ਸਭ ਪਹਿਚਾਨੇ, ਸੋ ਭੂਖਨ ਲੀਨੇ ਨਿਜ ਪਾਨੇ। ਉਹਨੇ ਵੇਖਿਆ ਕਿ ਸਾਰੇ ਸੋ ਗਏ ਨੇ ਚੰਗੀ ਤਰ੍ਹਾਂ। ਉਹਨੇ ਜਿੱਥੇ ਗਹਿਣੇ ਰੱਖੇ ਹੋਏ ਸੀ, ਸਾਰੇ ਗਹਿਣੇ ਹੱਥ ਵਿੱਚ ਚੁੱਕ ਲਏ। ਨਿਕਸਨ ਲੱਗਿਓ ਪਹਿਰ ਕੋ ਧਾਏ, ਤਾਰੋ ਪੌਰ ਵੇਖਿਓ ਹਟ ਆਏ। ਉਹ ਜਦੋਂ ਉਹਨੇ ਵੇਖਿਆ, ਲੈ ਕੇ ਗਹਿਣੇ ਭੱਜਣ ਲੱਗਿਆ, ਵੇਖਿਆ ਕਿ ਦਰਵਾਜ਼ੇ ਨੂੰ ਤਾਲਾ ਲੱਗਿਆ ਹੋਇਆ ਸੀ। ਉਹ ਤਾਲਾ ਲੱਗਣ ਕਰਕੇ ਪਿੱਛੇ ਆ ਗਿਆ। ਸੋ ਅਸੀਂ ਹੁਣ ਸਮਾਂ ਹੋ ਗਿਆ, ਕੱਲ ਨੂੰ ਉਹ ਗਹਿਣੇ ਲੈ ਕੇ ਜਿਵੇਂ ਭੱਜਦਾ, ਉਹਦੇ ਨਾਲ ਕੀ ਬੀਤਦੀ ਹੈ, ਗੁਰੂ ਕਿਵੇਂ ਸਹਾਈ ਹੁੰਦਾ ਹੈ, ਤੇ ਕਿਵੇਂ ਗੁਰੂ ਨਾਨਕ ਸਾਹਿਬ ਉਹਨੂੰ ਜਾ ਕੇ ਮਿਲਦੇ ਨੇ ਤੇ ਉਹਨੂੰ ਕਿਹੜੇ ਕਿਹੜੇ ਵਰ ਦਿੰਦੇ ਨੇ ਮੂਲੇ ਨੂੰ। ਇਹ ਕੱਲ ਦੀ ਆਪਾਂ ਦੀਵਾਨ ਦੇ ਵਿੱਚ ਵਿਚਾਰਾਂਗੇ। ਮਹਾਰਾਜ ਕਿਰਪਾ ਕਰਨ, ਆਪ ਜਿੰਨੇ ਸਤਸੰਗੀ ਆਉਂਦੇ ਹੋ, ਗੁਰੂ ਜੀ ਨਾਮ ਦੀ ਦਾਤ, ਗੁਰਬਾਣੀ ਦੀ ਦਾਤ ਬਖਸ਼ ਕੇ ਜ਼ਿੰਦਗੀ ਸਫਲ ਕਰਨ। ਮਹਾਰਾਜ ਕਿਰਪਾ ਕਰਨ, ਇਤਿਹਾਸ ਦੀਆਂ ਕਥਾਵਾਂ ਸੁਣ ਕੇ ਹਿਰਦੇ ਦੇ ਵਿੱਚ ਗੁਰੂ ਦੇ ਪ੍ਰਤੀ ਭਾਵ ਬਣੇ, ਭਾਵ ਪ੍ਰੇਮ ਦੀ ਦਾਤ ਗੁਰੂ ਜੀ ਬਖਸ਼ਣ। ਇੰਨੀਆਂ ਬੇਨਤੀਆਂ ਪ੍ਰਵਾਨ ਹੋਈ, ਭੁੱਲ ਚੁੱਕ ਦੇ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।